ਬੱਚਿਆਂ ਨੂੰ ਵੀ ਸਿਰਫ ਤੁਸੀਂ ਇੱਕ ਮਨੀ ਮੇਕਿੰਗ ਪ੍ਰੋਡਕਟ ਬਣਾਤਾ ਵੀ ਤੁਸੀਂ ਜੰਮੋ +2 ਕਰੋ ਕੈਨੇਡਾ ਜਾਓ ਜਾਂ ਅਮਰੀਕਾ ਜਾਓ ਪੈਸੇ ਬਣਾਓ। ਉਹਨਾਂ ਨੂੰ ਜਿਹੜਾ ਕਲਚਰ ਆ ਤੁਸੀਂ ਉਹ ਤੋਂ ਬਹੁਤ ਦੂਰ ਕਰਤਾ। ਉਹਨਾਂ ਦੇ ਪੀਸ ਆਫ ਮਾਈਂਡ ਆਤਮਿਕ ਸ਼ਾਂਤੀ ਖਤਮ ਕਰਤੀ। ਪੇਰੈਂਟਸ ਨੇ ਕਰੀ ਆਜ਼ਾਦ, ਹੋਰ ਕਿਸੇ ਨੇ ਨਹੀਂ ਕਰੀ। ਜੇ ਨਾ ਗੌਰਮੈਂਟ ਇਹ ਰੂਲ ਕਰਦਾ ਵੀ 8ਵੀਂ ਤੋਂ ਬਾਅਦ ਵੀ ਤੁਸੀਂ ਭੇਜ ਦਿਓ, ਲੋਕਾਂ ਨੇ ਇਹੀ ਸ਼ੁਰੂ ਕਰ ਦੇਣੀ ਜੰਮਦੇ ਤੋਂ ਹੀ ਵੀ ਇਹ ਜੰਮ ਪਿਆ 6 ਮਹੀਨੇ ਦਾ ਹੋ ਗਿਆ, ਇਹਨੂੰ ਹੁਣ 2 ਸਾਲ ਦੇ ਨੂੰ ਆਈਲੈਟਸ ਕਰਾਉਣੀ ਲਾ ਦਿਓ। ਇਹ ਪਲੇ ਵੇ ਤਾਂ ਬਹੁਤ ਦੂਰ ਦੀ ਗੱਲ ਹੈ। 2.5 ਸਾਲ ਦੇ ਨੂੰ ਜਾਂ ਪਲੇ ਆਈਲੈਟ ਸੈਂਟਰ ਲਾਓ ਤਾਂ ਕਿ ਇਹਦੀ ਇੰਗਲਿਸ਼ ਪੱਕੀ ਹੋ ਜਾਵੇ ਤੇ 8ਵੀਂ ਤੋਂ ਬਾਅਦ ਕੈਨੇਡਾ ਅਮਰੀਕਾ ਚਲੇ ਜਾਵੇ। ਅੱਜ ਕੱਲ ਮੁੰਡੇ ਵੀ ਕਿਤੇ ਨਾ ਕਿਤੇ ਇਹ ਚੀਜ਼ ਮਨ ਦੇ ਵਿੱਚ ਮੈਂਟੈਲਿਟੀ ਬਣਾ ਲਈ ਵੀ ਮੈਂ ਤਾਂ ਇੱਥੇ ਰਹਿਣਾ ਹੀ ਨਹੀਂ ਯਾਰ। 8ਵੀਂ 9ਵੀਂ 10ਵੀਂ ਦੇ ਲੋਕ ਵੀ ਬੱਚੇ ਕਹਿੰਦੇ ਨੇ ਵੀ ਮੇਰੇ ਤਾਂ ਸਾਰੇ ਬਾਹਰ ਨੇ, ਮੈਂ ਤਾਂ ਬਾਹਰ ਹੀ ਜਾਣਾ, ਇੱਥੇ ਕਰਨਾ ਹੀ ਕੁਛ ਨਹੀਂ। 20 ਸਾਲ ਹੋ ਗਏ ਮੈਨੂੰ ਲੱਗਦਾ ਉਦੋਂ ਆਸਟ੍ਰੇਲੀਆ ਨੇ ਸ਼ੁਰੂ ਕਰਿਆ ਸੀਗਾ ਵੀਜ਼ਾ, ਬਹੁਤ ਵੀਜ਼ਾ ਦਿੱਤਾ ਸੀਗਾ, ਮੁੰਡਾ ਬਹੁਤ ਆਸਟ੍ਰੇਲੀਆ ਗਿਆ ਸੀਗਾ। ਮੇਰੇ ਨਾਲ ਦੇ ਕਲਾਸਮੇਟ ਵੀ ਗਏ ਸੀਗੇ ਤੇ ਉੱਥੋਂ ਪਤਾ ਕੀ ਕਹਿੰਦੇ ਹੁੰਦੇ ਸੀ, ਉਹ ਕਹਿੰਦੇ ਬਾਈ ਆ ਜਾ ਉਰੇ ਤਾਂ ਨਜ਼ਾਰਾ ਹੀ ਬਹੁਤ ਹੈ, ਉਰੇ ਤਾਂ ਕੋਈ ਰੋਕ ਟੋਕ ਹੀ ਨਹੀਂ ਹੈਗੀ। ਜਿਹੜਾ ਇਹ ਅਪਰੋਚ ਹੈ ਨਾ ਵੀ ਇੱਧਰ ਜਿਹੜੇ ਦੋਸਤ ਬੈਠੇ ਵੀ ਤੂੰ ਆ ਜਾ ਕੋਈ ਚੱਕਰ ਨਹੀਂ ਹੈਗਾ, ਅਸੀਂ ਸਾਂਭ ਲਾਂਗੇ, ਆਪਾਂ ਕਰ ਲਾਂਗੇ, ਨਜ਼ਾਰੇ ਬਹੁਤ ਉਹਦੇ ਐਸ਼ਾਂ ਹੀ ਬਹੁਤ ਨੇ। ਇਹ ਚੀਜ਼ਾਂ ਨੇ ਬੱਚਿਆਂ ਨੂੰ ਇੱਧਰਲਿਆਂ ਨੂੰ ਇਨਵਾਈਟ ਕਰ ਰਹੇ ਆ, ਅਪਰੋਚ ਕਰ ਰਹੇ ਆ ਵੀ ਬਾਹਰ ਆ ਜਾਓ, ਇੱਥੇ ਕੁਝ ਵੀ ਨਹੀਂ ਹੈਗਾ। ਇਹਨੂੰ ਇੰਨਾ ਡੀਮੋਰਲਾਈਜ਼ ਕਰਿਆ ਜਾ ਰਿਹਾ ਇਸ ਕੰਟਰੀ ਨੂੰ ਜਾਂ ਸਟੇਟ ਨੂੰ ਵੀ ਇੱਥੇ ਕੁਝ ਵੀ ਨਹੀਂ ਹੈਗਾ। ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਦੇਖੋ ਗੁਰੂ ਨਾਨਕ ਦੀ ਫਿਲਾਸਫੀ ਐਡੀ ਸਰਲ ਤੇ ਵਧੀਆ ਕਲੀਨ, ਮਤਲਬ ਕਿ ਸਿੰਪਲ ਹੈ ਨਾ। ਗੁਰੂ ਨਾਨਕ ਕਹਿੰਦਾ ਮੱਤ ਸੀ, ਇਹਦੇ ਵਿੱਚ ਕਰੋੜਾਂ ਹੀ ਕੀਮਤੀ ਵੈਲਿਊਜ਼, ਇਹਦੇ ਵਿੱਚ એનર્ਜੀਆਂ ਨੇ, ਤੁਸੀਂ ਜਿਹਨੂੰ ਮਰਜ਼ੀ ਕਿਵੇਂ ਵੀ ਯੂਜ਼ ਕਰ ਸਕਦੇ ਹੋ। ਤਾਂ ਤੁਸੀਂ ਇਹ ਕਿਉਂ ਸਮਝਦੇ ਵੀ ਉਹ ਕੈਨੇਡਾ ਜਾ ਕੇ ਯੂਜ਼ ਹੋਣਗੀਆਂ ਜਾਂ ਅਮਰੀਕਾ ਜਾ ਕੇ ਯੂਜ਼ ਹੋਣਗੀਆਂ ਜਾਂ ਤੁਸੀਂ ਆਸਟ੍ਰੇਲੀਆ ਜਾ ਕੇ ਯੂਜ਼ ਹੋਣਗੀਆਂ? ਉਹ ਤਾਂ ਪੰਜਾਬ ਦੇ ਕਿਸੇ ਛੋਟੇ ਜਿਹੇ ਪਿੰਡ 'ਚ ਬਹਿ ਕੇ ਵੀ ਯੂਜ਼ ਹੋ ਸਕਦੀਆਂ ਨੇ। ਉਰੇ ਬੰਦਾ ਬਹੁਤ ਕਲੈਣਾ, ਗੁੱਸੇ ਵਾਲਾ ਜਿੰਨਾ ਮਰ ਜਿੱਦੀ ਹੈ, ਮੈਂ ਆਹ ਨਹੀਂ ਕਰਦਾ, ਮੈਂ ਉਹ ਨਹੀਂ ਕਰਦਾ। ਪਰ ਬਾਹਰਲੇ ਮੁਲਕਾਂ ਦਾ ਔਰਾ ਇਦਾਂ ਦਾ ਵੀ ਉਹ ਸਾਰੇ ਕੰਮ ਉਹੀ ਕਰਦਾ ਜਿਹੜੇ ਉਰੇ ਉਹਨੇ ਨਹੀਂ ਕਰਨੇ ਹੈਗੇ। ਪਰ ਫਿਰ ਇਹ ਮੈਂ ਕਹਿੰਦਾ ਬੇਸਿਕ ਮੈਨਰਸ ਨੇ ਜਿਹੜੀਆਂ ਜ਼ਰੂਰੀ ਨੇ ਛੋਟੇ ਹੁੰਦਿਆਂ ਤੋਂ ਹੀ। ਲਾਡ ਪਿਆਰ ਕਰਨਾ ਹੋਰ ਚੀਜ਼ ਆ ਬੱਚਿਆਂ ਨੂੰ, ਪਰ ਅੱਜ ਦਾ ਜਿਹੜਾ ਮੇਨ ਸਮਾਂ ਆ ਗਿਆ ਨਾ, ਉਹ ਮੈਂ ਫੇਰ ਬਾਰ-ਬਾਰ ਕਹਿੰਦਾ ਪੇਰੈਂਟਸ ਨੂੰ ਬੱਚਿਆਂ ਨੂੰ ਬੜਾ ਬੋਲਡਲੀ ਤੇ ਓਪਨਲੀ ਗੱਲ ਕਰਨੀ ਚਾਹੀਦੀ ਹੈ ਹਰ ਟੌਪਿਕ ਦੇ ਉੱਤੇ। ਪਿੱਛੇ ਜਿਹਨੇ ਇੱਕ ਟੌਪਿਕ ਆਰਟੀਕਲ ਪੜ੍ਹਿਆ ਸੀ, ਪਤਾ ਨਹੀਂ ਕਿਹੜੇ ਅਖਬਾਰ 'ਚ ਸੀਗਾ, ਵੀ ਉਹ ਕਹਿੰਦੇ ਸੀ ਵੀ ਕੁੜੀਆਂ ਬਾਹਰ ਜਾ ਕੇ ਬਹੁਤ ਗਲਤ ਪ੍ਰੋਫੈਸ਼ਨ 'ਚ ਚਲੇ ਗਈਆਂ, ਵੀ ਉਹ ਪ੍ਰੋਸਟੀਟਿਊਸ਼ਨ ਦੇ ਕੰਮ 'ਚ ਪੈ ਗਈਆਂ, ਦੇਹ ਵਪਾਰ ਦੇ ਵਿੱਚ ਪੈ ਗਈਆਂ, ਜਿਹੜਾ ਕਿ ਬਿਲਕੁਲ ਗਲਤ ਹੈ। ਤੇ ਮੈਨੂੰ ਨਹੀਂ ਪਤਾ ਉਹਨੇ ਕਿਵੇਂ ਸਰਵੇ ਕਰਿਆ ਉਸ ਬੰਦੇ ਨੇ। ਜੇ ਇਹੀ ਗੱਲ ਕਰੀਏ ਤਾਂ ਇਹ ਤਾਂ ਪੰਜਾਬ 'ਚ ਇਦਾਂ ਦਾ ਬਹੁਤ ਕੁਝ ਹੁੰਦਾ ਤੇ ਅਸੀਂ ਕਿਉਂ ਕਹਿ ਦਈਏ? ਉਹਨੇ ਜਿਹੜਾ ਲੇਬਲ ਲਾਤਾ ਵੀ ਬਾਹਰ ਗਈ ਪੰਜਾਬੀ ਕੁੜੀਆਂ ਦੇ ਨਾਲ ਹੈ, ਉਹ ਸਾਰੇ ਪੰਜਾਬ ਦੇ ਉੱਤੇ ਇਫੈਕਟ ਪੈ ਰਿਹਾ। ਸਾਰੇ ਮਾਪੇ ਸੋਚਣ ਲੱਗੇ, ਹਾਂ ਇਹ ਵੀ ਮਾਪੇ ਸੋਚਣ ਲੱਗੇ ਵੀ ਸਾਡੀ ਧੀ ਭੈਣ ਵੀ ਬਾਹਰ ਗਈ ਹੋਈ ਹੈ, ਇਹ ਕਿਵੇਂ ਹੋ ਗਿਆ? ਤੇ ਤੁਸੀਂ ਇਹ ਚੀਜ਼ ਨੂੰ ਹਾਈਲਾਈਟ ਨਹੀਂ ਕਰ ਸਕਦੇ ਪਬਲਿਕਲੀ, ਚਾਹੇ ਕੋਈ ਚੀਜ਼ ਹੈਗੀ ਹੈ ਚਾਹੇ ਨਹੀਂ ਹੈਗੀ। ਪੈਸੇ ਤਾਂ ਇੱਧਰ ਵੀ ਦੇਖੋ ਬਹੁਤ ਬੱਚੇ ਕਮਾ ਰਹੇ, ਮਿਹਨਤ ਤਾਂ ਜਿਹੜੇ ਕਰ ਰਹੇ, ਕੋਈ ਕਿਸੇ ਨੇ ਫੂਡ ਸ਼ਾਪਸ ਖੋਲ੍ਹੀਆਂ ਹੋਈਆਂ, ਕੋਈ ਆਪਣਾ ਕੋਈ ਬਿਜ਼ਨਸ ਚਲਾ ਰਿਹਾ, ਛੋਟਾ ਹੈ ਚਾਹੇ ਉਹ ਵੱਡਾ ਹੈ। ਪਰ ਮਿਹਨਤ ਉਰੇ ਕਰਕੇ ਨਹੀਂ ਰਾਜੀ, ਮਿਹਨਤ ਬਾਹਰ ਉਹੀ ਲੇਬਰ ਜੌਬ ਬਾਹਰ ਕਰਨੀ ਹੈ, ਜਦ ਕਿ ਉਰੇ ਤੁਸੀਂ ਇੰਡੀਪੈਂਡੈਂਟ ਆਪਣਾ ਬਿਜ਼ਨਸ ਖੁਦ ਦਾ ਸਟਾਰਟਅਪ ਕਰ ਸਕਦੇ ਆ ਛੋਟੇ ਲੈਵਲ ਦੇ ਉੱਤੇ ਵੀ। ਉਹ ਕੁੜੀ ਦੀ ਸ਼ਾਇਦ ਜਿਸ ਟਾਈਮ ਉਹ ਗਈ ਹੋਣੀ ਇੱਧਰੋਂ ਉੱਧਰ, ਉਸ ਟਾਈਮ ਉਹਦੀ ਕੋਈ ਮਨਸ਼ਾ ਨਹੀਂ ਹੋਣੀ ਮੈਂ ਉਹਨੂੰ ਧੋਖਾ ਦੇਣਾ ਜਾਂ ਕੁਛ ਕਰਨਾ ਹੈ। ਪਰ ਉਹ ਉੱਧਰਲਾ ਮਾਹੌਲ ਜਾ ਕੇ ਉਹਨੇ ਉਹਦਾ ਬ੍ਰੇਨ ਇਹੋ ਜਿਹਾ ਚੇਂਜ ਕਰਤਾ, ਸਿਸਟਮ ਹੀ ਸਾਰਾ ਡਿਸਕਨੈਕਟ ਹੋ ਗਿਆ ਤਾਂ ਪੰਜਾਬ ਵਾਲਿਆਂ ਦੇ ਨਾਲ। ਸੇਮ ਚੀਜ਼ਾਂ ਹੀ ਨੇ ਜਿਹੜੇ ਬੱਚੇ ਅੱਜ ਬਾਹਰ ਜਾ ਰਹੇ ਨੇ। ਮੈਂ ਪੇਰੈਂਟਸ ਨੂੰ ਸਪੈਸ਼ਲ ਰਿਕੁਐਸਟ ਕਰਦਾ, ਜਾਂ ਤਾਂ ਉਹਨਾਂ ਦੀ ਕਾਉਂਸਲਿੰਗ ਕਰਦੇ ਰਹੋ ਟਾਈਮ ਟੂ ਟਾਈਮ, ਜਾਂ ਉਹਨਾਂ ਨਾਲ ਅਟੈਚਮੈਂਟ ਬਣਾ ਕੇ ਰੱਖੋ, ਕਿਉਂਕਿ ਉੱਧਰ ਜਾਂਦੇ ਸਾਰੇ ਉਹਨਾਂ ਕਹਿੰਦੇ ਨੇ ਕਿ ਲੀਹ ਤੇ ਚੜ ਜਾਣਾ ਤੇ ਉਹ ਰੁਕ ਨਹੀਂ ਸਕਦੇ ਫਿਰ। ਹੁਣ ਜਿਵੇਂ ਇੰਗਲੈਂਡ ਦੀ ਗੱਲ ਕਰਾਂ, ਇੰਗਲੈਂਡ ਚਾਹੇ ਕੁੜੀ ਰਾਤ ਨੂੰ 12 ਵਜੇ ਆਵੇ ਚਾਹੇ 1 ਵਜੇ ਸ਼ਿਫਟ ਲਾ ਕੇ ਆਵੇ, ਉਹ ਇਕੱਲੀ ਵੀ ਬੱਸ ਦੇ ਵਿੱਚ ਆ ਰਹੀ ਹੈ, ਉਹ ਪੂਰੀ ਸੇਫ ਆ ਉੱਥੇ। ਉਹ ਤੁਸੀਂ ਆਪਣੇ ਮੁਲਕ 'ਚ ਦੱਸੋ ਵੀ ਕੁੜੀ ਰਾਤ ਨੂੰ ਆ ਸਕਦੀ ਹੈ ਇਕੱਲੀ, ਜਾਂ ਰਾਤ ਨੂੰ ਇਕੱਲੀ ਗਲੀਆਂ 'ਚ ਜਾ ਸਕਦੀ ਹੈ? ਉਹ ਜਦੋਂ ਤੱਕ ਸੇਫਟੀ ਤੇ ਸਿਕਿਉਰਿਟੀ ਨਹੀਂ ਹੁੰਦੀ, ਪੇਰੈਂਟਸ ਨੂੰ ਪੋਜੈਸਿਵਨੈਸ ਰਹਿਣੀ ਹੈ ਬੱਚਿਆਂ ਦੇ ਪ੍ਰਤੀ ਵੀ ਨਹੀਂ ਇਹਨੂੰ ਇੱਥੋਂ ਕੱਢੀਏ, ਇੱਥੇ ਕੋਈ ਸਿਕਿਉਰਿਟੀ ਨਹੀਂ ਹੈਗੀ। ਇੱਥੇ ਫਿਰ ਗੈਂਗ ਵਾਰਸ ਵੱਧਦੀਆਂ ਜਾ ਰਹੀਆਂ, ਨਸ਼ਾ ਵੱਧਦਾ ਜਾ ਰਿਹਾ। ਨਸ਼ਾ ਵੀ ਬਹੁਤ ਵੱਡਾ ਕਾਰਨ ਹੈ। ਉਹ ਕਹਿੰਦੇ ਯਾਰ ਮੁੰਡੇ ਨੂੰ ਹੁਣੀ ਬਾਹਰ ਕੱਢਦੀ, ਕੰਮ 'ਚ ਪਾ ਦੀ ਇਹਨੂੰ, ਵੀ ਇੱਥੇ ਤਾਂ ਇਹਨੇ ਲਫੰਡਰਗਿਰੀ ਉਹ ਕਰਨੀ ਹੈ, ਜੇ ਨਾ ਕੁਝ ਬਣਿਆ ਇਹ ਫਿਰ ਨਸ਼ਿਆਂ 'ਚ ਪੈ ਜਾਣਾ ਨੇ। ਨਸ਼ਿਆਂ ਦੇ ਵਿੱਚ ਪਏ ਪੁੱਤਾਂ ਦੇ ਮਾਵਾਂ ਦੇ ਹਾਲ ਦੇਖੋ, ਉਹ ਰੋਂਦੀਆਂ ਨੇ, ਉਹ ਕਹਿੰਦੀ ਸਰ ਪਲੀਜ਼ ਕੁਛ ਕਰੋ, ਮੇਰੇ ਮੁੰਡੇ ਦੀ ਇਹੋ ਜਿਹੀ ਕਾਉਂਸਲਿੰਗ ਵੀ ਠੀਕ ਹੋ ਜਾਵੇ। ਮੈਂ ਕਿਹਾ ਤਾਂ ਇਹਦੇ ਨਸਾਂ 'ਚ ਵੜ ਚੁੱਕੀਆਂ ਚੀਜ਼ਾਂ ਕਿਵੇਂ ਕਰੀਏ? ਬਹੁਤ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ, ਬਿਆਨ ਬਹੁਤ ਦਿੰਦੇ ਨੇ, ਪਰ ਜਿਹੜੀ ਗਰਾਊਂਡ ਰਿਪੋਰਟ ਹੈ ਉਹ ਤਾਂ ਉੱਥੇ ਦੀ ਉੱਥੇ ਹੀ ਖੜੀ ਹੈ। ਉਹ ਚਾਹੇ 10 ਸਾਲ ਪਹਿਲਾਂ ਦੀ ਗੱਲ ਕਰ ਲਈਏ ਚਾਹੇ ਅੱਜ ਦੀ ਗੱਲ ਕਰ ਲਈਏ ਆਪਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹੋ, ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ। 12ਵੀਂ
ਤੋਂ ਬਾਅਦ ਇੱਕ ਰੁਝਾਨ ਜਿਹਾ ਬਣ ਗਿਆ, ਮੰਨ ਲਓ ਇੱਕ ਆਦਤ ਜੀ ਬਣ ਗਈ ਆ, ਮੰਨ ਲਓ ਕਿ ਅਸੀਂ ਤਾਂ ਇਸ ਦੇਸ਼ ਦੇ ਵਿੱਚ, ਇਸ ਮੁਲਕ ਦੇ ਵਿੱਚ ਰਹਿਣਾ ਹੀ ਨਹੀਂ। ਪਹਿਲਾਂ ਕੀ ਹੁੰਦਾ ਸੀ, ਜਦ ਅਸੀਂ ਗ੍ਰੈਜੂਏਸ਼ਨ ਜਾਂ ਅਸੀਂ ਜਦ ਪੜ੍ਹਦੇ ਹੁੰਦੇ ਸੀ ਨਾ, ਤਾਂ ਉਹ ਟਾਈਮਾਂ ਦੇ ਵਿੱਚ ਬਹੁਤ ਟਾਵੇਂ ਲੋਕ ਜਿਹੜੇ ਹੁੰਦੇ ਸੀ ਬਾਹਰ ਜਾਂਦੇ ਹੁੰਦੇ ਸੀਗੇ। ਇੱਕ ਦੌਰ ਸੀ ਜਦ ਮੇਰੇ ਖਿਆਲ ਨਾਲ 1900 ਦੇ ਕੁਝ ਦੌਰ ਸੀਗਾ, ਜਦ ਸਾਰਾ ਹੀ ਤਕਰੀਬਨ ਦੁਆਬਾ ਜਿਹੜਾ ਬਾਹਰ ਚਲ ਗਿਆ ਸੀਗਾ, ਪਰ ਉੱਥੇ ਜਾ ਕੇ ਉਹ ਵਰਕ ਪਰਮਿਟਾਂ ਦੇ ਵਿੱਚ ਕੁਝ ਇਦਾਂ ਦਾ ਸੀ, ਪਰ ਉਹਨਾਂ ਨੂੰ ਸਟੱਡੀ ਵੀਜ਼ਾ ਕੋਈ ਇਸ ਤਰੀਕੇ ਦਾ ਰੁਝਾਨ ਨਹੀਂ ਸੀਗਾ ਕਿ ਅਸੀਂ ਬਾਹਰ ਜਾਣਾ ਹੈ, ਬਾਹਰ ਜਾ ਕੇ ਲੇਬਰ ਕਰਨੀ ਹੈ, ਕੰਮ ਕਰਨਾ ਹੈ। ਬਾਹਰ ਜਾ ਕੇ ਉਹਨਾਂ ਨੇ ਬਿਜ਼ਨਸ ਸੈਟਅਪ ਕੀਤੇ। ਪਰ ਜਿਹੜੀ ਅੱਜ ਦੀ ਪੀੜ੍ਹੀ ਹੈ ਉਹ ਕਿਉਂ ਜਾਂਦੀ ਹੈ, ਬਹੁਤ ਵੱਡਾ ਸਵਾਲ ਹੈ। 12ਵੀਂ ਕਰ ਲਈ ਤੇ ਇੱਕ ਬਹੁਤ ਵੱਡਾ ਹੁੰਦਾ, ਪੁੱਤ ਤੂੰ ਹੁਣ ਆਇਲਸ ਕਰ ਲਾ, ਨਵੇਂ ਵਧੀਆ ਬੈਂਡ ਆ ਗਏ, ਆਪਾਂ ਕੋਈ ਕੁੜੀ ਲੱਭ ਲੈਂਦੇ ਆ, ਮੁੰਡਾ ਆਇਲਸ ਕਰ ਲੈ, ਬਸ ਬਾਹਰ ਜਾਣਾ ਹੈ। ਬਾਹਰ ਜਾ ਕੇ ਵੀ ਕੋਈ ਬਹੁਤੇ ਵੱਡੇ ਸ਼ੌਂਕ ਨਹੀਂ ਹੁੰਦੇ, ਬਸ ਐਂ ਹੁੰਦਾ ਵੀ ਹੱਥ ਦੇ ਵਿੱਚ ਮੇਰੇ ਆਈਫੋਨ ਹੋਵੇ, ਕੋਈ ਘੜੀ ਸੋਹਣੀ ਪਾਈ ਹੋਵੇ, ਗੱਡੀ ਹੋਵੇ ਕੋਲੇ ਵਧੀਆ, ਬਸ ਐਂ ਹੋਵੇ, ਬਸ ਪੈਸਾ ਹੋਵੇ। ਪਰ ਕਰਨੀਆਂ ਲੇਬਰਾਂ ਹੀ ਨੇ, ਕਰਨੇ ਕੰਮ ਉਹੀ ਨੇ ਦਿਹਾੜੀਆਂ ਵਾਲੇ। ਫਿਰ ਬਾਹਰ ਜਾਣ ਦਾ ਕੀ ਫਾਇਦਾ? ਕੀ ਇੱਥੇ ਰਹਿ ਕੇ ਵੀ, ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਰਹਿ ਕੇ ਵੀ ਉਨੀ ਤਰੱਕੀ ਕੀਤੀ ਜਾ ਸਕਦੀ ਹੈ? ਬਹੁਤ ਵੱਡਾ ਸਵਾਲ ਹੈ। ਅੱਜ ਇਸ ਟੌਪਿਕ 'ਤੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਲਾਈਫ ਕੋਚ ਰਣਦੀਪ ਸਿੰਘ ਹੋਣਗੇ ਬਾਈ। ਹਰ ਇੱਕ ਪ੍ਰੋਬਲਮ ਜਿਹੜੀ ਲਾਈਫ ਦੀ ਸੋਲਵ ਕੀਤੀ ਜਾ ਸਕਦੀ ਹੈ, ਤਰਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ ਵੀ ਕੀ ਬਾਹਰ ਜਾਣਾ ਚੰਗਾ ਹੈ ਕਿ ਨਹੀਂ। ਜੇ ਬਾਹਰ ਜਾਂਦੇ ਨੇ ਤਾਂ ਕਿਉਂ ਜਾਂਦੇ ਨੇ, ਨਹੀਂ ਜਾਣਾ ਚਾਹੀਦਾ ਤਾਂ ਕਿਉਂ ਨਹੀਂ ਜਾਣਾ ਚਾਹੀਦਾ। ਬਾਈ ਮੇਰੇ ਨਾਲ ਨੇ। ਬਾਈ ਸਤਿ ਸ਼੍ਰੀ ਅਕਾਲ, ਠੀਕ ਹੋ? ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ। ਬਹੁਤ ਵਧੀਆ ਫਸਟ ਕਲਾਸ ਜੀ, ਬਹੁਤ ਵਧੀਆ। ਅੱਛਾ ਬਾਈ, ਇੱਕ ਜਿਹੜਾ ਦੌਰ ਸੀਗਾ, ਆਪਾਂ ਚੱਲਦੇ ਗੱਲਬਾਤ ਕਰਦੇ ਹਾਂ ਵੀ ਇੱਕ ਦੌਰ ਸੀ ਜਦ ਅਸੀਂ ਪੜ੍ਹਦੇ ਹੁੰਦੇ ਸੀ, ਛੋਟੇ ਹੁੰਦੇ ਸੀ, ਤਾਂ ਉਹ ਟਾਈਮ ਟਾਵੇਂ ਕੋਈ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਕੋਈ ਐਂ ਹੁੰਦਾ ਸੀ ਭਾਈ ਫਲਾਣੇ ਬੱਚੇ ਦਾ ਲਾਣੇ ਦੇ ਵਿੱਚੋਂ ਮੁੰਡਾ ਬਾਹਰ ਚਲ ਗਿਆ। ਅੱਜ ਕੱਲ੍ਹ ਤਾਂ ਐਂ ਪਤਾ ਲੱਗਦਾ ਵੀ ਫਲਾਣੇ ਟਾਵੇਂ ਦੇ ਵਿੱਚ ਮੁੰਡਾ ਘਰੇ ਹੈ, ਬਾਕੀ ਬਾਹਰ ਨੇ। ਤੁਸੀਂ ਇਹ ਦੇਖੋ ਜੀ, ਜੇ ਮੈਂ ਆਪਣੀ ਐਗਜ਼ਾਮਪਲ ਲਵਾਂ, ਮੇਰੇ ਦੂਰ ਤੱਕ ਰਿਸ਼ਤੇਦਾਰੀਆਂ ਦੇ ਵਿੱਚ ਚਾਚੇ ਤਾਏ ਭੂਆ 'ਚ ਕੋਈ ਬਾਹਰ ਨਹੀਂ ਗਿਆ ਹੋਇਆ। ਸਾਰੇ ਇੰਡੀਆ ਹੀ ਹੈ, ਪੰਜਾਬ ਹੀ ਹੈ, ਇੱਥੇ ਹੀ ਕੰਮ ਕਰਦੇ ਆ, ਵਾਹ ਸੈਟਲ ਵਧੀਆ ਨੇ। ਪਰ ਜਿਹੜਾ ਬਾਹਰ ਜਾਣ ਦਾ ਰੁਝਾਨ ਨਾ, ਅਸਲ 'ਚ ਅੱਜ ਦੀ ਯੰਗ ਜਨਰੇਸ਼ਨ ਨੂੰ ਇਹ ਲੱਗਦਾ ਵੀ ਫਲਾਣੇ ਦਾ ਚਾਚਾ ਗਿਆ ਸੀ, ਇੰਨੀ ਜ਼ਮੀਨ ਉਹਨੇ ਖਰੀਦ ਲਈ, ਪੰਜਾਬ ਆ ਕੇ ਇੰਨੇ ਕਿੱਲੇ ਖਰੀਦ ਲਏ, ਐਡੀ ਤਕੜੀ ਕੋਠੀ ਪਾ ਲਈ 50-60 ਲੱਖ ਦੀ। ਪਰ ਜਿਹੜੀ ਉਹਦੇ ਪਿੱਛੇ ਸਟਰਗਲ ਹੈ ਨਾ, ਉਹ ਹਰ ਕੋਈ ਨਹੀਂ ਸਮਝ ਪਾਉਂਦਾ ਉਹ ਚੀਜ਼ ਨੂੰ। ਉਹ ਇਕੱਲਾ ਬੰਦਾ ਉੱਥੇ 12-12 ਘੰਟੇ ਕੰਮ ਕਰਦਾ, ਦਿਨ ਰਾਤ, ਇੰਨੀ ਜਿਵੇਂ ਠੰਡ ਪੋਹ ਹੁਣ ਚੱਲਦੀ ਪਈ, ਇੰਨੀ ਠੰਡ ਦੇ ਵਿੱਚ ਵੀ ਉਹ ਕੰਮ ਕਰਦੇ ਨੇ ਬਿਨਾਂ ਰੁਕੇ, ਬਿਨਾਂ ਥੱਕੇ। ਤੇ ਉਹ ਕਮਾਈਆਂ, ਮਿਹਨਤਾਂ ਕਰੀਆਂ ਹੋਈਆਂ, ਪੰਜਾਬ 'ਚ ਪੈਸਾ ਆ ਰਿਹਾ ਸੀਗਾ। ਪੰਜਾਬ ਦੇ ਲੋਕਾਂ ਨੂੰ ਲੱਗਿਆ ਵੀ ਵਾਹ ਪੈਸਾ ਹੀ ਬਹੁਤ ਆ ਬਾਹਰ, ਤਾਂ ਮੈਂ ਵੀ ਜਾਵਾਂ, ਉਹਨੇ ਐਡੀ ਵੱਡੀ ਕੋਠੀ ਵਾਲੀ, ਮੈਂ ਉਹ ਤੋਂ ਵੀ ਵੱਡੀ ਕੋਠੀ ਪਾਣੀ। ਦੇਖੋ, ਮਿਹਨਤ ਕਰਨੀ ਮਾੜੀ ਚੀਜ਼ ਨਹੀਂ ਹੈਗੀ, ਉਹ ਕਿਤੇ ਵੀ ਕਰੋ। ਪਰ ਜਿਹੜਾ ਅੱਜ ਦੇ ਆਪਾਂ ਪ੍ਰੈਕਟੀਕਲੀ ਸੋਚੀਏ ਨਾ, ਅੱਜ ਦੇ ਸਮੇਂ ਦੇ ਵਿੱਚ ਪੇਰੈਂਟਸ ਸਭ ਤੋਂ ਵੱਧ ਕਸੂਰਵਾਰ ਹੈ ਬੱਚਿਆਂ ਨੂੰ ਇਹ ਪਾਸੇ ਨੂੰ ਧਕੇਲਣ ਲਈ, ਕਿਉਂਕਿ ਜ਼ਬਰਦਸਤੀ ਧੱਕਦੇ ਪਏ ਵੀ ਤੂੰ ਬਾਹਰ ਜਾਣਾ, ਤੂੰ +2 ਕਰ ਲਈ, ਤੂੰ ਬਾਹਰ ਜਾਣਾ। ਜਦ ਕਿ ਪੇਰੈਂਟਸ ਨੂੰ ਵੀ ਨਹੀਂ ਪਤਾ ਵੀ ਬਾਹਰ ਦੀ ਲਾਈਫ ਈਜ਼ੀ ਨਹੀਂ ਹੈਗੀ, ਉਹ ਇੰਨੀ ਟਫ ਹੈ। ਵੀ ਦੇਖੋ, ਇੱਕ 15-16 ਸਾਲ ਦਾ ਬੱਚਾ, ਚਾਹੇ ਮੁੰਡਾ ਚਾਹੇ ਉਹ ਕੁੜੀ ਹੈ, ਹਾਲੇ ਤਾਂ ਉਹਨੇ +2 ਕਰੀ ਹੈ, ਹਾਲੇ ਆਪਣੇ ਇੱਕ ਨਾ ਬੜਾ ਸੌਫਟ ਜਿਹਾ ਕਾਰਨਰ ਹੁੰਦਾ ਲਾਈਫ ਦਾ, ਜੋ ਤੁਸੀਂ 10ਵੀਂ ਪਾਰ ਕਰਦੇ ਆ, ਸੋਹਲ ਜਿਹੇ ਸਰੀਰ ਨੇ, ਨਾ ਸਾਨੂੰ ਨਾ ਠੰਡ ਦਾ ਪਤਾ, ਨਾ ਬਾਬਾ ਗਰਮੀ ਦਾ ਪਤਾ ਵੀ ਝੱਲਣੀ ਕਿਵੇਂ ਹੈ ਇਹ। ਪਰ +2 ਤੋਂ ਬਾਅਦ ਸਿੱਧਾ ਹੀ ਬੰਦੇ ਨੂੰ ਬਾਹਰ ਧੱਕ ਦਿੰਦੇ, ਇੱਕ ਐਸੀ ਦੁਨੀਆ 'ਚ ਭੇਜ ਦਿੰਦੇ ਆ ਜਿਹਦੇ ਵਿੱਚ ਕੋਈ ਰੋਕ ਟੋਕ ਨਹੀਂ, ਉਹਨੂੰ ਕੋਈ ਉਹਦੇ 'ਤੇ ਚੈੱਕਸ ਨਹੀਂ ਹੈਗੇ। ਜਦ ਕਿ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ +2 ਤੱਕ ਤਾਂ ਤੁਸੀਂ ਆਪਣੀ ਕੁੜੀ ਜਾਂ ਮੁੰਡੇ ਨੂੰ ਮਾਪੇ ਹਮੇਸ਼ਾ ਪੁੱਛਦੇ ਆ, ਪੁੱਤ ਸ਼ਾਮ ਨੂੰ ਕਿੰਨੇ ਵਜੇ ਘਰ ਆ ਰਹੇ ਆ, ਤੂੰ ਕਿੱਥੇ ਖੜਾ ਹੈ, ਕੀ ਖਾ ਰਹੇ ਆ, ਕਿਹਦੇ ਨਾਲ ਹੈਗਾ, ਤੂੰ ਲੇਟ ਕਿਉਂ ਹੋ ਰਿਹਾ। ਜਦੋਂ ਬੱਚਾ ਇੰਨੀਆਂ ਬੰਦਿਸ਼ਾਂ ਦੇ ਵਿੱਚ ਜਦੋਂ ਜੀ ਰਿਹਾ ਸੀਗਾ, ਤੇ ਫਿਰ ਜਦੋਂ ਫਲਾਈਟ ਫੜਦਾ ਕੈਨੇਡਾ ਵਰਗੀ ਧਰਤੀ ਤੇ ਲੈਂਡ ਕਰਦਾ, ਉੱਥੇ ਕਿਸੇ ਨੇ ਨਹੀਂ ਪੁੱਛਣਾ ਤੂੰ ਕੀ ਖਾ ਰਿਹਾ, ਕੀ ਪੀ ਰਿਹਾ, ਤੂੰ ਕਿੰਨੇ ਵਜੇ ਆ ਰਿਹਾ, ਤੂੰ ਕਿੰਨੇ ਵਜੇ ਜਾ ਰਿਹਾ, ਤੂੰ ਕਲਾਸ ਲਾਈ ਹੈ ਜਾਂ ਨਹੀਂ ਲਾਈ, ਤੂੰ ਕਿਹੜੀ ਸੰਗਤ ਦੇ ਵਿੱਚ ਬੈਠਾ ਹੈ, ਤੂੰ ਮਾੜੇ ਲੋਕਾਂ ਦੇ ਨਾਲ ਹੈ ਜਾਂ ਚੰਗਿਆਂ ਦੇ ਨਾਲ ਹੈ, ਕੋਈ ਪੁੱਛਣ ਵਾਲਾ ਨਹੀਂ। ਉਹ ਫਿਰ ਉੱਥੇ ਕੀ ਹੁੰਦਾ, ਬ੍ਰੇਨ ਵਾਸ਼ ਹੁੰਦਾ ਬੱਚਿਆਂ ਦਾ। ਐਂ ਲੱਗਦਾ ਵੀ ਕਿਤੇ ਨਾ ਕਿਤੇ ਪਹਿਲਾਂ ਤਾਂ ਆਪਾਂ ਨਰਕ 'ਚ ਜੀਂਦੇ ਸੀ, ਆਹ ਸਵਰਗ ਹੈ। ਬਿਲਕੁਲ, ਉੱਥੇ ਫਿਰ ਹੁੰਦਾ ਬ੍ਰੇਨ ਵਾਸ਼। ਉਹ ਕਹਿੰਦਾ ਯਾਰ ਮੈਂ ਤਾਂ ਦੁਨੀਆ ਹੀ ਬਹੁਤ ਵਧੀਆ ਹੈ, ਉਰੇ ਤਾਂ ਕੋਈ ਰੋਕਣ ਟੋਕਣ ਵਾਲਾ ਹੀ ਨਹੀਂ ਹੈਗਾ, ਜਿੰਨੇ ਮਰਜ਼ੀ ਖੁੱਲੇ ਪੈਸੇ ਖਰਚੋ, ਫਿਰ ਕਿਉਂਕਿ ਜਿੰਨੇ ਕਮਾਉਣੇ ਉਹਨੇ ਖਰਚਣੇ ਆ। ਉਰੇ ਤਾਂ ਫੇਰ ਵੀ ਲਿਮਿਟਿਡ ਪੈਸੇ ਮਿਲਦੇ ਸੀ, ਇਹ ਪਾਕਟ ਮਨੀ ਮਿਲਦੀ ਸੀ, ਨਾਲੇ ਉਹ ਵੀ ਬੜਾ ਕੰਪੈਕਟ ਜੀ ਹੁੰਦੀ ਸੀਗੀ। ਜਦੋਂ ਬਾਹਰ ਚਲੇ ਜਾਂਦੇ ਨੇ ਨਾ ਬੱਚੇ, ਦੇਖੋ ਪਹਿਲੀ ਇੱਕ ਚੀਜ਼, ਬੱਚਿਆਂ ਦੀ ਕਾਉਂਸਲਿੰਗ ਬਹੁਤ ਜ਼ਰੂਰੀ ਹੈ। ਜੇ ਤੁਸੀਂ ਬਾਹਰ ਭੇਜਣੇ ਹੀ ਨੇ ਫॉर ਮਨੀ ਮੋਟਿਵ, ਮੇਨ ਇਹੀ ਮੋਟਿਵ ਹੈ ਵੀ ਪੈਸੇ ਵੱਧ ਕਮਾਓ। ਪੈਸੇ ਤਾਂ ਇੱਧਰ ਵੀ ਦੇਖੋ ਬਹੁਤ ਬੱਚੇ ਕਮਾ ਰਹੇ, ਮਿਹਨਤ ਜਿਹੜੇ ਕਰ ਰਹੇ, ਕੋਈ ਕਿਸੇ ਨੇ ਫੂਡ ਸ਼ਾਪਸ ਖੋਲ੍ਹੀਆਂ ਹੋਈਆਂ, ਕੋਈ ਆਪਣਾ ਕੋਈ ਬਿਜ਼ਨਸ ਚਲਾ ਰਿਹਾ, ਛੋਟਾ ਚਾਹੇ ਉਹ ਵੱਡਾ ਹੈ, ਪਰ ਮਿਹਨਤ ਉਰੇ ਕਰਕੇ ਨਹੀਂ ਰਾਜੀ। ਮਿਹਨਤ ਬਾਹਰ, ਉਹੀ ਲੇਬਰ ਜੌਬ ਬਾਹਰ ਕਰਨੀ ਹੈ, ਜਦ ਕਿ ਉਰੇ ਤੁਸੀਂ ਇੰਡੀਪੈਂਡੈਂਟ ਆਪਣਾ ਬਿਜ਼ਨਸ ਖੁਦ ਦਾ ਸਟਾਰਟਅਪ ਕਰ ਸਕਦੇ ਹੋ, ਛੋਟੇ ਲੈਵਲ ਦੇ ਵੀ ਉੱਤੇ ਵੀ। ਫਿਰ ਤੁਹਾਨੂੰ ਪਤਾ ਇੱਕ ਪਿੱਛੇ ਜੇ ਕੇਸ ਹੋਇਆ ਸੀਗਾ, ਤੁਹਾਨੂੰ ਯਾਦ ਆਣਾ, ਬੇਅੰਤ ਕੌਰ ਤੇ ਲਵਪ੍ਰੀਤ ਦਾ ਨਾ, ਬਹੁਤ ਹਾਈਲਾਈਟ ਹੋਇਆ ਸੀਗਾ। ਤੇ ਮੇਰੀ ਬੇਅੰਤ ਦੇ ਨਾਲ ਇੱਕ ਵੀਡੀਓ ਵਾਇਰਲ ਵੀ ਹੋਈ ਸੀ, ਉਹ ਕੁੜੀਆਂ ਦੇ ਹੱਕ 'ਚ ਖੜ ਗਈ ਸੀ ਜਿਨ੍ਹਾਂ ਨੇ ਗਲਤ ਕਰਿਆ ਸੀ, ਤੇ ਮੈਂ ਕਿਹਾ ਸੀ ਵੀ ਨਹੀਂ ਤੂੰ ਗਲਤ ਕਰ ਰਹੀ ਹੈ, ਤੂੰ ਸਪੋਰਟ ਕਰ ਰਹੀ ਹੈ ਗਲਤ ਕੁੜੀਆਂ ਨੂੰ, ਵੀ ਉਹ ਇਦਾਂ ਨਹੀਂ ਕਰਨਾ ਚਾਹੀਦਾ। ਹੁਣ ਦੇਖੋ,
ਉਹ ਕੁੜੀ ਦੀ ਸ਼ਾਇਦ ਜਿਸ ਟਾਈਮ ਉਹ ਗਈ ਹੋਣੀ ਇੱਧਰੋਂ ਉੱਧਰ, ਉਸ ਟਾਈਮ ਉਹਦੀ ਕੋਈ ਮਨਸ਼ਾ ਨਹੀਂ ਹੋਣੀ ਮੈਂ ਉਹਨੂੰ ਧੋਖਾ ਦੇਣਾ ਜਾਂ ਕੁਝ ਕਰਨਾ ਹੈ, ਪਰ ਉਹ ਉੱਧਰਲਾ ਮਾਹੌਲ ਜਾ ਕੇ ਉਹਨੇ ਉਹਦਾ ਬ੍ਰੇਨ ਇਹੋ ਜਿਹਾ ਚੇਂਜ ਕਰਤਾ, ਸਿਸਟਮ ਹੀ ਸਾਰਾ ਡਿਸਕਨੈਕਟ ਹੋ ਗਿਆ। ਤਾਂ ਪੰਜਾਬ ਵਾਲਿਆਂ ਦੇ ਨਾਲ ਸੇਮ ਚੀਜ਼ਾਂ ਹੀ ਨੇ। ਜਿਹੜੇ ਬੱਚੇ ਅੱਜ ਬਾਹਰ ਜਾ ਰਹੇ ਨੇ, ਮੈਂ ਪੇਰੈਂਟਸ ਨੂੰ ਸਪੈਸ਼ਲ ਰਿਕੁਐਸਟ ਕਰਦਾ, ਜਾਂ ਤਾਂ ਉਹਨਾਂ ਦੀ ਕਾਉਂਸਲਿੰਗ ਕਰਦੇ ਰਹੋ ਟਾਈਮ ਟੂ ਟਾਈਮ, ਜਾਂ ਉਹਨਾਂ ਨਾਲ ਅਟੈਚਮੈਂਟ ਬਣਾ ਕੇ ਰੱਖੋ, ਕਿਉਂਕਿ ਉੱਧਰ ਜਾਂਦੇ ਸਾਰੇ ਉਹਨਾਂ ਕਹਿੰਦੇ ਨੇ ਕਿ ਲੀਹ ਤੇ ਚੜ ਜਾਣਾ ਤੇ ਉਹ ਰੁਕ ਨਹੀਂ ਸਕਦੇ। ਫਿਰ ਦਿਨੇ ਪੜ੍ਹਨਾ ਹੈ, ਸ਼ਾਮ ਨੂੰ ਜੌਬ ਕਰਨੀ ਹੈ, ਸੌਣਾ, ਰੋਟੀ ਬਣਾਉਣੀ, ਵਾਪਸ ਆਉਣਾ ਹੈ। ਤੁਹਾਡੇ ਨਾਲ ਆਟੋਮੈਟਿਕ ਉਹਨਾਂ ਦੀ ਅਟੈਚਮੈਂਟ ਘਟਦੀ ਜਾਣੀ। ਤੁਸੀਂ ਕਹਿਣਾ ਸਾਨੂੰ ਫੋਨ ਨਹੀਂ ਕਰਦਾ ਹੈਗਾ, ਸਾਨੂੰ ਪਿਆਰ ਨਹੀਂ ਕਰਦਾ, ਤੂੰ ਘੱਟ ਕਰਨ ਲੱਗ ਗਿਆ, ਤੇ ਤੁਸੀਂ ਫੋਨ ਕਰੀ ਜਾਂਦੇ, ਉਹ ਇਰੀਟੇਟ ਹੋਣ ਲੱਗ ਜਾਂਦੇ ਆ। ਐਕਚੁਅਲ ਦੇ ਵਿੱਚ ਉਹਨਾਂ ਦੇ ਉੱਤੇ ਤੁਸੀਂ ਡਬਲ ਪ੍ਰੈਸ਼ਰ ਪਾਤਾ ਉਸ ਬੱਚੇ ਦੇ ਉੱਤੇ। ਇੱਕ ਤਾਂ ਕਰੀਅਰ ਵਾਸਤੇ ਆਪਣੀ ਇੱਕ ਲਾਈਫ ਸੈੱਟ ਹੋ, ਇੱਕ ਪੜ੍ਹਾਈ। ਇੱਧਰ ਕੱਲੀ ਪੜ੍ਹਾਈ ਕਰਦੇ ਸੀਗੇ ਤੇ ਮਾਂ ਪਿਓ ਦੇ ਨਾਲ ਰਹਿ ਕੇ ਉਹ ਜ਼ਿੰਦਗੀ ਆਰਾਮ ਦੀ ਗੁਜ਼ਾਰ ਰਹੇ ਸੀ। ਘੱਟੋ ਘੱਟ ਰੋਟੀ ਪਾਣੀ ਦੀ ਫਿਕਰ ਤਾਂ ਨਹੀਂ ਸੀ ਕੋਈ ਉਹਨਾਂ ਨੂੰ। ਤੁਸੀਂ ਸਾਈਕੋਲੋਜੀ ਸਮਝੋ। ਤੁਸੀਂ ਤਾਂ ਥੋੜੀ ਤਾਂ ਏਜ ਪੇਰੈਂਟਸ ਦੀ ਮੈਂ ਕਹਿੰਦਾ 40 ਜਾਂ 45 ਸਾਲ ਦੀ ਹੈ, ਤੁਸੀਂ ਹੁਣ ਜਾ ਕੇ ਵੀ ਤੁਸੀਂ ਨਾਰਮਲ ਨਹੀਂ ਹੈਗੇ। ਤੇ ਉਹ ਬੱਚਾ ਜਿਹੜਾ 18 ਸਾਲਾਂ ਦਾ ਸਿੱਧਾ ਹੀ ਬਾਹਰ ਜਾਂਦਾ, ਪੜ੍ਹਾਈ ਦਾ ਪ੍ਰੈਸ਼ਰ, ਉਹਦੇ ਉੱਤੇ ਪਾਸ ਵੀ ਕਰਨੀ ਹੈ, ਅਸਾਈਨਮੈਂਟਸ ਵੀ ਤਿਆਰ ਕਰਨੀਆਂ ਨੇ, ਫਿਰ ਕੰਮ ਵੀ ਕਰਨਾ, ਰੈਂਟ ਵੀ ਪੇ ਕਰਨਾ, ਰੋਟੀ ਪਾਣੀ ਦਾ ਵੀ ਜੁਗਾੜ ਕਰਨਾ, ਤੇ ਉਹਦੇ ਲਈ ਈਜ਼ੀ ਕਿਵੇਂ ਹੋ ਗਿਆ? ਤੇ ਅਸੀਂ ਕਿਵੇਂ ਕਹਿ ਦਾਂਗੇ ਵੀ ਯਾਰ ਨਹੀਂ ਉਹ ਤਾਂ ਐਵੇਂ ਜਾਣ ਕੇ ਨਹੀਂ ਕਰਦੇ ਹੈਗੇ, ਉਹ ਤਾਂ ਆਪਣੀ ਐਸ਼ ਕਰਦੇ ਪਏ ਨੇ। ਐਸ਼ ਕੋਈ ਨਹੀਂ ਕਰਦਾ ਪਿਆ। ਬੱਚਿਆਂ ਨੂੰ ਸਿਰਫ ਤੁਸੀਂ ਇੱਕ ਮਨੀ ਮੇਕਿੰਗ ਪ੍ਰੋਡਕਟ ਬਣਾਤਾ ਵੀ ਤੁਸੀਂ ਜੰਮੋ, +2 ਕਰੋ, ਕੈਨੇਡਾ ਜਾਓ ਜਾਂ ਅਮਰੀਕਾ ਜਾਓ, ਪੈਸੇ ਬਣਾਓ। ਉਹਨਾਂ ਨੂੰ ਜਿਹੜਾ ਕਲਚਰ ਆ ਤੁਸੀਂ ਉਹ ਤੋਂ ਬਹੁਤ ਦੂਰ ਕਰਤਾ। ਉਹਨਾਂ ਦੇ ਪੀਸ ਆਫ ਮਾਈਂਡ, ਆਤਮਿਕ ਸ਼ਾਂਤੀ ਖਤਮ ਕਰਤੀ। ਪੇਰੈਂਟਸ ਨੇ ਕਰੀ ਹੈ ਜ਼ਿਆਦਾ, ਹੋਰ ਕਿਸੇ ਨੇ ਨਹੀਂ ਕਰੀ ਹੈਗੀ। ਅੱਜ ਕੱਲ੍ਹ ਤਾਂ ਬਾਈ ਐਂ ਵੀ ਹੋਣ ਲੱਗ ਗਿਆ ਵੀ ਰਿਸ਼ਤੇ ਵੀ ਬੈਂਡ ਦੇਖ ਕੇ ਹੋਣ ਲੱਗ ਗਏ। ਬੰਦੇ ਨੇ PhD ਕਰੀ ਹੋਵੇ, ਡਾਕਟਰੇਟ ਰੈਂਕ ਦਾ ਬੰਦਾ ਹੋਵੇ, ਉਹ ਮਾਇਨੇ ਨਹੀਂ ਰੱਖਦੀ। ਆਇਲਸ ਦੇ ਵਿੱਚ ਜੇ 6.5 ਬੈਂਡ ਆ ਗਏ ਤਾਂ ਭਾਈ ਤੇਰੀ ਲੈਵਲ ਤਾਂ ਬਹੁਤ ਡਾਊਨ ਆ। ਤੇਰੇ 7 ਬੈਂਡ ਆ ਗਏ, ਭਾਵੇਂ ਤੂੰ ਫੇਲ ਵੀ ਹੋਇਆ ਹੋਵੇਂ ਪਿੱਛੇ ਕਲਾਸਾਂ ਦੇ ਵਿੱਚ, ਤੇਰਾ ਰੈਂਕ ਵੱਧ ਗਿਆ। ਇਹ ਕਿਤੇ ਨਾ ਕਿਤੇ ਮਨਸ਼ਾ ਬਣ ਗਈ ਆਪਣੇ ਮਾਈਂਡ ਦੇ ਵਿੱਚ। ਇਹ ਕਿਉਂ? ਦੇਖੋ ਜਿਹੜੀ ਨਾ ਬੰਦਾ ਕਹਿੰਦਾ ਯਾਰ ਆਇਲਸ ਕਰੀ ਹੋਈ ਹੈ, ਇੱਕ ਸਾਡਾ ਬੱਚਾ ਜਾਊਗਾ ਨਾਲ ਸਾਰਾ ਟੱਬਰ ਨਿਕਲ ਜੂਗਾ। ਜੇ 20 ਲੱਖ ਰੁਪਇਆ ਪੜ੍ਹਾਈ ਤੇ ਵੀ ਲਾਤਾ ਤਾਂ 20 ਲੱਖ ਦੇ ਵਿੱਚ 5 ਜੀ ਕੈਨੇਡਾ ਪਹੁੰਚ ਗਏ। ਪਰ ਇੱਕ ਚੀਜ਼ ਸਮਝੋ, ਕੁਦਰਤ ਨੂੰ ਨਾ ਬੇਵਕੂਫ ਨਾ ਬਣਾਇਆ ਕਰੋ। ਕੁਦਰਤ ਬਹੁਤ ਬੇਅੰਤ ਹੈ, ਵਿਸ਼ਾਲ ਹੈ। ਜੇ ਕੁਦਰਤ ਨੇ ਪੰਜਾਬ ਵਰਗੀ ਧਰਤੀ ਬਣਾਈ ਹੈ ਤਾਂ ਕੁਦਰਤ ਨੇ ਕੈਨੇਡਾ ਵੀ ਬਣਾਈ ਹੈ। ਉਹਦੇ ਲਈ ਦੋਨਾਂ ਧਰਤੀਆਂ 'ਚ ਕੋਈ ਵੀ ਫਰਕ ਨਹੀਂ ਹੈਗਾ। ਇਹ ਸਾਡੀ ਸੋਚ ਦੇ ਉੱਤੇ ਫਰਕ ਹੈ। ਮੈਨੂੰ ਇੱਕ ਚੀਜ਼ ਦੱਸ ਦਿਓ, ਜਿੰਨੇ ਮੈਂ ਹੁਣ ਕਾਉਂਸਲਿੰਗ ਕਰਦਾ, ਬਹੁਤ ਸਟੂਡੈਂਟਸ ਦੇ ਫੋਨ ਆਉਂਦੇ ਨੇ ਤੇ ਉਹ ਹਮੇਸ਼ਾ ਇੱਕੋ ਹੀ ਪ੍ਰੋਬਲਮ ਉਹਨਾਂ ਨੂੰ ਵੀ ਸਾਨੂੰ ਐਨਗਜ਼ਾਇਟੀ ਹੈ, ਸਾਨੂੰ ਡਰ, ਘਬਰਾਹਟ ਬਹੁਤ ਰਹਿੰਦੀ ਹੈ, ਸਟ੍ਰੈਸ ਬਹੁਤ ਰਹਿੰਦੀ ਹੈ। ਮੈਂ ਕਿਹਾ ਬੱਚਿਓ ਤੁਹਾਡੇ ਤੇ ਪ੍ਰੈਸ਼ਰ ਹੀ ਇੰਨਾ, ਤੁਸੀਂ ਕਰੋਗੇ ਕੀ? ਹੁਣ ਸਰੀਰ ਬਣਾਇਆ ਪ੍ਰਮਾਤਮਾ ਨੇ, ਠੀਕ ਆ, ਆਹ ਦਿਮਾਗ ਬਣਾਇਆ, ਦਿਮਾਗ ਇਹ ਸਾਰਾ ਕੁਝ ਕੰਟਰੋਲ ਕਰਦਾ। ਇਹ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਦੇਖੋ ਗੁਰੂ ਨਾਨਕ ਦੀ ਫਿਲਾਸਫੀ ਐਡੀ ਸਰਲ ਤੇ ਵਧੀਆ, ਕਲੀਨ, ਮਤਲਬ ਕਿ ਸਿੰਪਲ ਆ ਨਾ। ਗੁਰੂ ਨਾਨਕ ਕਹਿੰਦਾ ਮਤ ਸੀ, ਇਹਦੇ ਵਿੱਚ ਕਰੋੜਾਂ ਹੀ ਕੀਮਤੀ ਵੈਲਿਊਜ਼, ਇਹਦੇ ਵਿੱਚ ਐਨਰਜੀਆਂ ਨੇ, ਤੁਸੀਂ ਜਿਹਨੂੰ ਮਰਜ਼ੀ ਕਿਵੇਂ ਵੀ ਯੂਜ਼ ਕਰ ਸਕਦੇ ਹੋ। ਤਾਂ ਤੁਸੀਂ ਇਹ ਕਿਉਂ ਸਮਝਦੇ ਵੀ ਉਹ ਕੈਨੇਡਾ ਜਾ ਕੇ ਯੂਜ਼ ਹੋਣਗੀਆਂ ਜਾਂ ਅਮਰੀਕਾ ਜਾ ਕੇ ਯੂਜ਼ ਹੋਣਗੀਆਂ ਜਾਂ ਤੁਸੀਂ ਆਸਟ੍ਰੇਲੀਆ ਜਾ ਕੇ ਯੂਜ਼ ਹੋਣਗੀਆਂ? ਉਹ ਤਾਂ ਪੰਜਾਬ ਦੇ ਕਿਸੇ ਛੋਟੇ ਜਿਹੇ ਪਿੰਡ 'ਚ ਬਹਿ ਕੇ ਵੀ ਯੂਜ਼ ਹੋ ਸਕਦੀਆਂ ਨੇ, ਜੇ ਤੁਸੀਂ ਆਪਣਾ ਟੈਲੈਂਟ ਦਿਖਾਉਣਾ ਹੀ ਹੈ। ਠੀਕ ਹੈ, ਮੈਂ ਬਾਹਰ ਜਾਣ ਤੋਂ ਮਨਾ ਨਹੀਂ ਕਰਦਾ, ਪਰ ਤੁਸੀਂ ਇਹ ਚੀਜ਼ ਦੇ ਉੱਤੇ ਫੋਰਸ, ਜੇ ਬੱਚੇ ਨੂੰ ਭੇਜਣਾ ਹੀ ਐਟਲੀਸਟ ਉਹਦੀ ਗ੍ਰੈਜੂਏਸ਼ਨ ਤਾਂ ਹੋਵੇ ਉਰੇ, ਉਹ ਇੰਨੇ ਜੋਗੇ ਹੋਣ ਵੀ ਉਹ ਪ੍ਰੋਬਲਮਸ ਨੂੰ ਸੋਲਵ ਕਰ ਸਕਣ, ਆਪਣੇ ਆਪ ਸਮਝ ਵੀ ਸਕਣ। ਦੇਖੋ +2 ਤੱਕ ਤਾਂ ਬਹੁਤ ਘਰ ਵਰਗਾ ਬੱਚਾ ਕਹਿੰਦਾ ਗੋਦੀ 'ਚ ਖੇਡਿਆ, ਤਾਂ ਹਾਲੇ ਤਾਂ ਉਹਨੇ ਕਾਲਜ ਲਾਈਫ ਵੀ ਨਹੀਂ ਦੇਖੀ, ਹਾਲੇ ਤਾਂ ਉਹਦਾ ਵਾਹ ਹੀ ਨਹੀਂ ਪਿਆ ਦੂਸਰੇ ਬੰਦਿਆਂ ਨਾਲ ਜਾਂ ਦੂਸਰੇ ਕਲਾਸਮੇਟ ਦੇ ਨਾਲ, ਨਵੇਂ ਸਟ੍ਰੇਂਜਰਸ ਦੇ ਨਾਲ। ਨਰਸਰੀ ਤੋਂ ਲੈ ਕੇ +2 ਤੱਕ ਇੱਕ ਸਕੂਲ 'ਚ ਪੜ੍ਹਦੇ ਹਾਂ ਆਪਾਂ, ਤੇ ਉਹੀ ਸਾਡੇ ਦੋਸਤ ਨੇ, ਉਹੀ ਸਾਡਾ ਮਾਹੌਲ ਹੈ, ਘਰ ਵਰਗਾ ਮਾਹੌਲ ਹੈ। ਹਾਂ, ਫਿਰ ਜੇ ਅਸੀਂ ਕਾਲਜ 'ਚ ਜਾਂਦੇ ਹਾਂ, ਫਿਰ ਨਵੇਂ ਬੰਦੇ ਮਿਲਣੇ ਸ਼ੁਰੂ ਹੁੰਦੇ ਆ, ਉਹਨਾਂ ਨਾਲ ਦੋਸਤੀ ਚਾਰੀ ਮਿਲਣੀ ਸ਼ੁਰੂ ਹੁੰਦੀ ਹੈ, ਨਵੇਂ ਟੀਚਰਸ ਆਉਂਦੇ, ਉਹਨਾਂ ਦੇ ਥਾਟਸ ਅਲੱਗ-ਅਲੱਗ ਨੇ ਸਾਰਿਆਂ ਦੇ। ਤੇ ਤੁਸੀਂ ਇਹ ਚੀਜ਼ਾਂ ਕਿਉਂ ਸਮਝਦੇ ਹੋ ਵੀ +2 ਵਾਲੇ ਬੱਚੇ ਨੂੰ ਜੇ ਅਸੀਂ ਬਾਹਰ ਭੇਜਣਾ, 10ਵੀਂ ਜੇ ਨਾ ਗੌਰਮੈਂਟ ਇਹ ਰੂਲ ਕਰਦਾ ਵੀ 8ਵੀਂ ਤੋਂ ਬਾਅਦ ਵੀ ਤੁਸੀਂ ਭੇਜ ਦਿਓ, ਲੋਕਾਂ ਨੇ ਇਹੀ ਸ਼ੁਰੂ ਕਰ ਦੇਣੀ ਜੰਮਦੇ ਤੋਂ ਹੀ ਵੀ ਇਹ ਜੰਮ ਪਿਆ 6 ਮਹੀਨੇ ਦਾ ਹੋ ਗਿਆ, ਇਹਨੂੰ ਹੁਣ 2 ਸਾਲ ਦੇ ਨੂੰ ਆਈਲੈਟਸ ਕਰਾਉਣੀ ਲਾ ਦਿਓ। ਇਹ ਪਲੇਵੇ ਤਾਂ ਬਹੁਤ ਦੂਰ ਦੀ ਗੱਲ ਹੈ, 2.5 ਸਾਲ ਦੇ ਨੂੰ ਜਾਂ ਆਈਲੈਟਸ ਸੈਂਟਰ ਲਾਓ ਤਾਂ ਕਿ ਇਹਦੀ ਇੰਗਲਿਸ਼ ਪੱਕੀ ਹੋ ਜਾਵੇ ਤੇ 8ਵੀਂ ਤੋਂ ਬਾਅਦ ਇਹ ਕੈਨੇਡਾ ਅਮਰੀਕਾ ਚਲੇ ਜਾਵੇ। ਵੀ ਤੁਸੀਂ ਬੱਚਿਆਂ ਨੂੰ ਦੇਖੋ, ਇੱਕ ਪ੍ਰਮਾਤਮਾ ਨੇ ਦੇਣ ਦਿੱਤੀ ਹੈ ਔਲਾਦ, ਜਾਂ ਮਨੁੱਖ ਦੀ ਜਿਹੜਾ ਜਨਮ ਹੈ ਨਾ, ਇਹ ਆਈਲੈਟਸ ਨਾਲ ਨਹੀਂ ਬੰਨਿਆ ਹੋਇਆ। ਇਹਦੇ ਆਪਣੇ ਕਰਮ ਫਿਲਾਸਫੀ ਹੈ, ਇਹਦੇ ਆਪਣੇ ਸੰਜੋਗ ਨੇ, ਕਿਹਨੂੰ ਮਿਲਣਾ, ਕਿੱਦਾਂ ਦੇ ਨੇ ਜ਼ਿੰਦਗੀ ਦੇ ਵਿੱਚ ਦੁੱਖ ਜਾਂ ਸੁੱਖ ਦੇਖਣੇ ਆ। ਅਸਲ 'ਚ ਟ੍ਰੇਨਿੰਗ ਤੁਹਾਨੂੰ ਉਹਦੀ ਦੇਣੀ ਚਾਹੀਦੀ ਸੀ ਪੁੱਤਰ ਜੀ। ਜ਼ਿੰਦਗੀ ਦੇ ਵਿੱਚ ਚਲੋ ਉਤਾਰ ਚੜਾਵ ਆਉਂਦੇ ਰਹਿੰਦੇ ਆ, ਪਰ ਤੁਹਾਨੂੰ ਸਮਝਦਾਰੀ ਨਾਲ ਉਹ ਚੀਜ਼ਾਂ ਨੂੰ ਹੈਂਡਲ ਕਿਵੇਂ ਕਰਨਾ ਹੈ, ਉਹ ਚੀਜ਼ ਸਿੱਖੋ।
ਬਾਹਰ ਜਾਣਾ ਜਾਓ, ਇੰਡੀਆ ਰਹਿਣਾ ਜਿੱਥੇ ਮਰਜ਼ੀ ਜਾਓ, ਤੁਸੀਂ ਧਰਤੀ ਇੱਕੋ ਹੀ ਹੈ, ਖੰਡ ਇੱਕੋ ਹੀ ਹੈ, ਕੋਈ ਫਰਕ ਨਹੀਂ ਪੈਂਦਾ ਚੀਜ਼ਾਂ ਦੇ ਨਾਲ। ਪਰ ਜਿਹੜੀ ਮਾਨਸਿਕ ਸੰਤੁਲਨ ਹੈ ਨਾ, ਇਹ ਜ਼ਰੂਰੀ ਚਾਹੀਦਾ, ਪੀਸ ਆਫ ਮਾਈਂਡ ਜ਼ਰੂਰੀ ਚਾਹੀਦੀ ਹੈ। ਅੱਛਾ ਬਾਈ, ਜਿਵੇਂ ਹੁਣ ਬੱਚੇ ਵੀ ਨੇ, ਜਿਵੇਂ ਮਾਪਿਓ ਦਾ ਤਾਂ ਚਲੋ ਆਪਾਂ ਕਹਿ ਦਿੰਦੇ ਆ ਵੀ ਪਨੀਰੀ ਦਾ ਤਾਂ ਫਰਕ ਪੈਂਦਾ ਵੀ ਉਹਦੀ ਜਿਹੜਾ ਪਾਲਣ ਪੋਸ਼ਣ ਕਿਸ ਤਰੀਕੇ ਦਾ ਹੋਇਆ ਹਨਾ, ਉੱਥੇ ਉਹ ਫਿਰ ਚੀਜ਼ ਝਲਕਦੀ ਹੈ। ਪਰ ਅੱਜ ਕੱਲ ਮੁੰਡੇ ਵੀ ਕਿਤੇ ਨਾ ਕਿਤੇ ਇਹ ਚੀਜ਼ ਮਨ ਦੇ ਵਿੱਚ ਮੈਂਟੈਲਿਟੀ ਬਣਾ ਲਈ ਵੀ ਮੈਂ ਤਾਂ ਇੱਥੇ ਰਹਿਣਾ ਹੀ ਨਹੀਂ ਯਾਰ। 8ਵੀਂ 9ਵੀਂ 10ਵੀਂ ਦੇ ਲੋਕ ਵੀ ਬੱਚੇ ਕਹਿੰਦੇ ਨੇ ਵੀ ਮੇਰੇ ਤਾਂ ਸਾਰੇ ਬਾਹਰ ਨੇ, ਮੈਂ ਤਾਂ ਬਾਹਰ ਹੀ ਜਾਣਾ, ਇੱਥੇ ਕਰਨਾ ਹੀ ਕੁਛ ਨਹੀਂ। ਦੇਖੋ, ਜਦੋਂ ਨਾ ਸ਼ੁਰੂ ਦੇ ਵਿੱਚ ਅੱਜ ਤੋਂ 15 16 20 ਸਾਲ ਹੋ ਗਏ ਮੈਨੂੰ ਲੱਗਦਾ, ਉਦੋਂ ਆਸਟ੍ਰੇਲੀਆ ਨੇ ਸ਼ੁਰੂ ਕਰਿਆ ਸੀਗਾ ਵੀਜ਼ਾ, ਬਹੁਤ ਵੀਜ਼ਾ ਦਿੱਤਾ ਸੀਗਾ, ਮੁੰਡਾ ਬਹੁਤ ਆਸਟ੍ਰੇਲੀਆ ਗਿਆ ਸੀਗਾ। ਮੇਰੇ ਨਾਲ ਦੇ ਕਲਾਸਮੇਟ ਵੀ ਗਏ ਸੀਗੇ, ਤੇ ਉੱਥੋਂ ਪਤਾ ਕੀ ਕਹਿੰਦੇ ਹੁੰਦੇ ਸੀ, ਉਹ ਕਹਿੰਦੇ ਬਾਈ ਆ ਜਾ ਉਰੇ ਤਾਂ ਨਜ਼ਾਰਾ ਹੀ ਬਹੁਤ ਹੈ, ਉਰੇ ਤਾਂ ਕੋਈ ਰੋਕ ਟੋਕ ਹੀ ਨਹੀਂ ਹੈਗੀ। ਜਿਹੜਾ ਇਹ ਅਪਰੋਚ ਹੈ ਨਾ ਵੀ ਇੱਧਰ ਜਿਹੜੇ ਦੋਸਤ ਬੈਠੇ ਵੀ ਤੂੰ ਆ ਜਾ, ਕੋਈ ਚੱਕਰ ਨਹੀਂ ਹੈਗਾ, ਅਸੀਂ ਸਾਂਭ ਲਾਂਗੇ, ਆਪਾਂ ਕਰ ਲਾਂਗੇ, ਨਜ਼ਾਰੇ ਬਹੁਤ, ਉਹਦੇ ਐਸ਼ਾਂ ਹੀ ਬਹੁਤ ਨੇ, ਇਹ ਚੀਜ਼ਾਂ ਨੇ ਬੱਚਿਆਂ ਨੂੰ ਇੱਧਰਲਿਆਂ ਨੂੰ ਇਨਵਾਈਟ ਕਰ ਰਹੇ ਆ, ਅਪਰੋਚ ਕਰ ਰਹੇ ਆ ਵੀ ਬਾਹਰ ਆ ਜਾਓ, ਇੱਥੇ ਕੁਝ ਵੀ ਨਹੀਂ ਹੈਗਾ। ਇਹਨੂੰ ਇੰਨਾ ਡੀਮੋਰਲਾਈਜ਼ ਕਰਿਆ ਜਾ ਰਿਹਾ ਇਸ ਕੰਟਰੀ ਨੂੰ ਜਾਂ ਸਟੇਟ ਨੂੰ ਵੀ ਇੱਥੇ ਕੁਝ ਵੀ ਨਹੀਂ ਹੈਗਾ। ਪਰ ਮੈਂ ਇੱਕ ਚੀਜ਼ ਕਹਿਣਾ, ਜੇ ਇੱਥੇ ਕੁਝ ਵੀ ਨਾ ਹੁੰਦਾ ਤਾਂ ਗੁਰੂ ਪੀਰਾਂ ਨੇ ਇੱਥੇ ਨਹੀਂ ਆਉਣਾ ਸੀਗਾ, ਤੇ ਕੈਨੇਡਾ ਵਰਗੇ ਮੁਲਕਾਂ 'ਚ ਨਾ ਜੰਮਦੇ। ਗੁਰੂ ਗੋਬਿੰਦ ਸਿੰਘ ਫਿਰ ਇੱਥੇ ਕਿਉਂ ਆਉਂਦੇ, ਇੰਨਾ ਕੁਝ ਇੱਥੇ ਕਿਉਂ, ਗੁਰੂ ਨਾਨਕ ਇੱਥੇ ਕਿਉਂ ਆਉਂਦੇ, ਤੇ ਕੈਨੇਡਾ ਨਹੀਂ ਜਾ ਸਕਦੇ ਸੀ, ਉਹਨਾਂ ਨੂੰ ਨਹੀਂ ਪਤਾ ਵੀ ਉਹ ਧਰਤੀ ਹੈ ਕਿ ਜਾਂ ਅਮਰੀਕਾ ਧਰਤੀ ਹੈ। ਪਰ ਜਿਹੜੀ ਆਤਮਿਕ ਸ਼ਾਂਤੀ ਹੈ ਨਾ, ਉਹ ਪੰਜਾਬ ਦੀ ਧਰਤੀ ਦੇ ਵਿੱਚ ਹੈ। ਤੁਸੀਂ ਜਿੱਥੇ ਤੱਕ ਮਰਜ਼ੀ ਭੱਜ ਲਓ, ਉਰੇ ਤੁਸੀਂ 10 ਮਿੰਟ ਵੀ ਧਿਆਨ ਲਾ ਲਓਗੇ ਨਾ, ਧਿਆਨ ਜੁੜਦਾ, ਸਕੂਨ ਹੈਗੀ ਹੈ। ਬਾਹਰ ਜਿੱਥੇ ਤੱਕ ਮਰਜ਼ੀ ਚੱਲੇ ਉਹ ਤਾਂ ਦੌੜ ਹੀ ਦੌੜ ਹੈ। ਭਾਈ ਮੈਂ ਤਾਂ ਇਹ ਵੀ ਸੁਣਿਆ, ਚਲੋ ਆਪ ਨਹੀਂ ਗਏ, ਪਰ ਸਾਡੇ ਨਾਲ ਦੇ ਫੈਮਿਲੀ ਚੋਂ ਜਿਹੜੇ ਲੋਕ ਬਾਹਰ ਗਏ ਹੋਏ ਨੇ, ਉਹ ਦੱਸਦੇ ਨੇ, ਕਹਿੰਦੇ ਉੱਥੇ ਤਾਂ ਬਜ਼ੁਰਗ ਹੈ ਚਾਹੇ ਛੋਟਾ ਬੱਚਾ ਹੈ, ਹਰ ਇੱਕ ਨੂੰ ਕੰਮ ਕਰਨਾ ਪੈਂਦਾ, ਤੇ ਜੇ ਤੁਸੀਂ ਕੰਮ ਨਹੀਂ ਕਰਦੇ ਤਾਂ ਜਿਹੜਾ ਬਾਹਰੋਂ ਘਰੇ ਕੰਮ ਕਰਕੇ ਵਾਪਸ ਆਇਆ, ਉਹਨੇ ਫਿਰ ਤੁਹਾਨੂੰ ਇਹ ਤਾਨਾ ਮਾਰਨਾ, ਯਾਰ ਭਾਂਡੇ ਨਹੀਂ ਧੋਤੇ, ਯਾਰ ਪੋਚਾ ਹੀ ਮਾਰ ਲੈਂਦਾ, ਵਿਹਲਾ ਬੈਠਾ। ਫਿਰ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ। ਦੇਖੋ, ਸਭ ਤੋਂ ਵੱਡੀ ਲਾਈਵ ਐਗਜ਼ਾਮਪਲ ਮੈਂ ਆਪਣੀ ਦਿੰਦਾ। ਮੈਂ ਇੰਗਲੈਂਡ ਗਿਆ ਸੀ ਅੱਜ ਤੋਂ 15 ਸਾਲ ਪਹਿਲਾਂ MBA ਕਰਨ ਵਾਸਤੇ। ਮੈਂ ਉੱਥੇ 4 ਸਾਲ ਰਿਹਾ, ਪੜ੍ਹੇ ਆ, ਪ੍ਰੋਪਰ ਪੜ੍ਹਾਈ ਕਰੀ ਹੈ, ਜੌਬ ਕਰੀ ਹੈ। ਪਰ ਜਦੋਂ ਮੇਰਾ ਵਰਕ ਪਰਮਿਟ ਖਤਮ ਹੋਣ ਲੱਗਾ ਸੀ, ਮੈਂ ਇੰਡੀਆ ਵਾਪਸ ਆ ਗਿਆ। ਘਰਦਿਆਂ ਨੇ ਇੰਨਾ ਜ਼ੋਰ ਲਾਇਆ ਵੀ ਤੂੰ ਵਿਆਹ ਕਰਾ ਲਾ, ਉੱਥੇ ਵਿਆਹ ਕਰਾ ਲਾ, ਵੀ ਤੂੰ ਇੱਥੇ ਕੀ ਕਰਨਾ, ਇੱਥੇ ਕੀ ਕਰਨਾ, ਉੱਥੇ ਨਜ਼ਾਰੇ ਲਏਗਾ, ਪੱਕਾ ਹੋ ਜਾਏਗਾ। ਮੈਂ ਕਿਹਾ ਜੀ ਇੱਕ ਚੀਜ਼ ਦੱਸੋ, ਮੇਰੇ ਮਾਂ ਪਿਓ ਨੇ, ਅੱਜ ਮੇਰੇ ਫਾਦਰ ਬਹੁਤ ਬਿਮਾਰ ਹੈ, ਬੈੱਡ ਤੇ ਪਏ ਨੇ, ਵੀ ਇੱਕ ਐਸੀ ਬਿਮਾਰੀ ਲੱਗ ਗਈ ਜਿਹਦਾ ਕੋਈ ਇਲਾਜ ਨਹੀਂ ਹੈਗਾ। ਤੇ ਮੈਂ ਇੱਕ ਚੀਜ਼ ਕਹੀ ਸੀ, ਮੈਂ ਕਿਹਾ ਜੇ ਮੈਂ ਬਾਹਰ ਬੈਠਾ ਹੁੰਦਾ ਤੇ ਤੁਸੀਂ ਕਿਹਦੀਆਂ ਮਿੰਨਤਾਂ ਕਰਦੇ ਵੀ ਆਹ ਕਰਦੇ, ਉਹ ਕਰਦੇ, ਉਹ ਕਰਦੇ। ਮੈਂ ਕਿਹਾ ਮਾਂ ਪਿਓ ਤਾਂ ਦੂਜੇ ਨਹੀਂ ਮਿਲਣੇ ਧਰਤੀ ਤੇ। ਤਾਂ ਮੈਂ ਘੁੰਮਦਾ ਅੱਜ ਵੀ, ਮੈਂ ਹਰ ਦੁਨੀਆ 'ਚ ਜਾ ਰਿਹਾ, ਮੈਂ ਕੈਨੇਡਾ ਜਾਣਾ, ਇੰਗਲੈਂਡ ਜਾਣਾ, ਮੈਂ ਸਭ ਜਗ੍ਹਾ ਜਾਣਾ। ਮੈਂ ਕਿਹਾ ਪਰ ਇੱਕ ਜਗ੍ਹਾ ਬਾਉਂਡ ਅਪ ਕਿਉਂ ਹੋ ਕੇ ਰਹਾਂ ਮੈਂ ਆਪਣੇ ਆਪ ਨੂੰ। ਦੇਖੋ, ਪਰਿਵਾਰ ਬੜਾ ਔਖਾ ਮਿਲਦਾ ਹੈ, ਪਿਆਰ ਬਹੁਤ ਔਖਾ ਬਣਦਾ ਹੈ। ਮਾਂ ਪਿਓ ਇਹਨਾਂ ਵਰਗੀ ਦੂਜੀ ਤਾਂ ਕੋਈ ਰੀਸ ਹੀ ਨਹੀਂ ਹੈਗੀ, ਸ਼ਰੀਕ ਮਾਪਿਆਂ ਦਾ ਬਰਾਬਰੀ ਨਹੀਂ ਕਰ ਸਕਦੇ ਹੈਗੇ। ਠੀਕ ਹੈ, ਮਜਬੂਰੀਆਂ ਹੋਣ ਗੱਲ ਵੱਖਰੀ ਹੈ, ਪਰ ਜੇ ਤੁਸੀਂ ਸਿਰਫ ਬਾਹਰ ਦੇ ਮਨਸ਼ੇ ਨਾਲ ਤੁਸੀਂ ਜ਼ਿੰਦਗੀ ਬਤੀਤ ਕਰ ਰਹੇ ਹੋ, ਉਹ ਗਲਤ ਹੈ। ਤੁਸੀਂ ਬਾਹਰ ਜਾਓ, ਪਰ ਆਪਣੇ ਕਿਉਂਕਿ ਨਾ ਅੱਜ ਇੱਕ ਨਵਾਂ ਮਾਹੌਲ ਹੋਰ ਹੈ ਵੀ ਬੱਚੇ ਆਪਣੇ ਪੇਰੈਂਟਸ ਤੋਂ ਦੂਰ ਹੁੰਦੇ ਜਾ ਰਹੇ ਨੇ, ਉਹ ਰੂਡ ਹੁੰਦੇ ਜਾ ਰਹੇ ਨੇ, ਸਹਿਨ ਸ਼ਕਤੀ ਖਤਮ ਹੁੰਦੀ ਜਾ ਰਹੀ ਹੈ। ਕਿਉਂਕਿ ਜਿਹੜੇ ਅੱਜ ਪੇਰੈਂਟਸ ਨੇ, ਉਹ ਪਹਿਲਾਂ ਸਟੂਡੈਂਟ ਸੀਗੇ ਸੇਮ ਹੀ, ਉਹਨਾਂ ਨੇ ਚੀਜ਼ਾਂ ਜਿੱਦਾਂ ਦੀਆਂ ਮਹਿਸੂਸ ਕਰੀਆਂ ਸੀ ਉਹ ਸਮਿਆਂ ਦੇ ਵਿੱਚ, ਜਾਂ ਕੁਝ ਵੀ ਕਰਿਆ ਸੀ, ਉਹ ਦੇਖੋ ਨਾ, ਇੱਕ ਨਾ ਕੁਦਰਤ ਦੀ ਚੀਜ਼ ਹੈ, ਜਦੋਂ એનર્ਜੀ ਇੱਕ ਤੋਂ ਦੂਸਰੇ 'ਚ ਟਰਾਂਸਫਰ ਹੁੰਦੀ ਹੈ ਨਾ, ਉਹ એનર્ਜੀ ਜੇ ਇੱਕ 'ਚੋਂ 100 ਗਈ ਹੈ, 100 ਨਹੀਂ ਜਾਊਗੀ, ਉਹ 80 ਜਾਊਗੀ। ਸੇਮ ਇਹੀ ਹੈ, ਜਿਹੜਾ ਗਿਆਨ ਅੱਜ ਤੋਂ ਸਾਡੇ ਦਾਦੇ ਕੋਲ ਹੁੰਦਾ ਸੀਗਾ, ਉਹ ਸਾਡੇ ਪਿਤਾ ਕੋਲ ਆਇਆ, ਉਹ 80% ਰਹਿ ਗਿਆ, ਉਹ 80 ਤੋਂ ਮੇਰੇ 'ਚ ਆਇਆ, ਉਹ 50% ਰਹਿ ਗਿਆ, ਮੇਰੇ ਤੋਂ 50 ਤੋਂ ਅੱਗੇ ਜਾਣਾ, ਉਹ 25% ਰਹਿ ਜਾਣਾ। ਇਹ ਚੀਜ਼ਾਂ ਘਟਦੀਆਂ ਸਾਰਾ ਔਰਾ ਹੀ ਚੇਂਜ ਹੋ ਜਾਂਦਾ। ਹੁਣ ਉਰੇ ਬੰਦਾ ਬਹੁਤ ਕਲੈਣਾ, ਗੁੱਸੇ ਵਾਲਾ, ਜਿੰਨਾ ਮਰ ਜਿੱਦੀ ਹੈ, ਮੈਂ ਆਹ ਨਹੀਂ ਕਰਦਾ, ਮੈਂ ਉਹ ਨਹੀਂ ਕਰਦਾ। ਪਰ ਬਾਹਰਲੇ ਮੁਲਕਾਂ ਦਾ ਔਰਾ ਇਦਾਂ ਦਾ ਵੀ ਉਹ ਸਾਰੇ ਕੰਮ ਉਹੀ ਕਰਦਾ ਜਿਹੜੇ ਉਰੇ ਉਹਨੇ ਨਹੀਂ ਕਰਨੇ ਹੈਗੇ। ਪਰ ਫਿਰ ਇਹ ਮੈਂ ਕਹਿੰਦਾ ਇਹ ਬੇਸਿਕ ਮੈਨਰਸ ਨੇ ਜਿਹੜੀਆਂ ਜ਼ਰੂਰੀ ਨੇ ਛੋਟੇ ਹੁੰਦਿਆਂ ਤੋਂ ਹੀ। ਲਾਡ ਪਿਆਰ ਕਰਨਾ ਹੋਰ ਚੀਜ਼ ਆ ਬੱਚਿਆਂ ਨੂੰ, ਪਰ ਅੱਜ ਦਾ ਜਿਹੜਾ ਮੇਨ ਸਮਾਂ ਆ ਗਿਆ ਨਾ, ਉਹ ਮੈਂ ਫੇਰ ਬਾਰ-ਬਾਰ ਕਹਿੰਦਾ, ਪੇਰੈਂਟਸ ਨੂੰ ਬੱਚਿਆਂ ਨੂੰ ਬੜਾ ਬੋਲਡਲੀ ਤੇ ਓਪਨਲੀ ਗੱਲ ਕਰਨੀ ਚਾਹੀਦੀ ਹੈ ਹਰ ਟੌਪਿਕ ਦੇ ਉੱਤੇ। ਬਾਹਰ ਜਾਓ, ਪਿੱਛੇ ਜਿਹੇ ਨੇ ਇੱਕ ਟੌਪਿਕ ਆਰਟੀਕਲ ਪੜ੍ਹਿਆ ਸੀ, ਪਤਾ ਨਹੀਂ ਕਿਹੜੇ ਅਖਬਾਰ 'ਚ ਸੀਗਾ, ਵੀ ਉਹ ਕਹਿੰਦੇ ਸੀ ਵੀ ਕੁੜੀਆਂ ਬਾਹਰ ਜਾ ਕੇ ਬਹੁਤ ਗਲਤ ਪ੍ਰੋਫੈਸ਼ਨ 'ਚ ਚਲੇ ਗਈਆਂ, ਵੀ ਉਹ ਪ੍ਰੋਸਟੀਟਿਊਸ਼ਨ ਦੇ ਕੰਮ 'ਚ ਪੈ ਗਈਆਂ, ਦੇਹ ਵਪਾਰ ਦੇ ਵਿੱਚ ਪੈ ਗਈਆਂ, ਜਿਹੜਾ ਕਿ ਬਿਲਕੁਲ ਗਲਤ ਹੈ। ਤੇ ਮੈਨੂੰ ਨਹੀਂ ਪਤਾ ਉਹਨੇ ਕਿਵੇਂ ਸਰਵੇ ਕਰਿਆ ਉਸ ਬੰਦੇ ਨੇ। ਜੇ ਇਹੀ ਗੱਲ ਕਰੀਏ ਤਾਂ ਇਹ ਤਾਂ ਪੰਜਾਬ 'ਚ ਇਦਾਂ ਦਾ ਬਹੁਤ ਕੁਝ ਹੁੰਦਾ, ਤੇ ਅਸੀਂ ਕਿਉਂ ਕਹਿ ਦਈਏ। ਉਹਨੇ ਜਿਹੜਾ ਲੇਬਲ ਲਾਤਾ ਵੀ ਬਾਹਰ ਗਈ ਪੰਜਾਬੀ ਕੁੜੀਆਂ ਦੇ ਨਾਲ ਹੈ, ਉਹ ਸਾਰੇ ਪੰਜਾਬ ਦੇ ਉੱਤੇ ਇਫੈਕਟ ਪੈ ਰਿਹਾ। ਸਾਰੇ ਮਾਪੇ ਸੋਚਣ ਲੱਗੇ, ਹਾਂ ਇਹ ਵੀ ਮਾਪੇ ਸੋਚਣ ਲੱਗੇ ਵੀ ਸਾਡੀ ਧੀ ਭੈਣ ਵੀ ਬਾਹਰ ਗਈ ਹੋਈ ਹੈ, ਇਹ ਕਿਵੇਂ ਹੋ ਗਿਆ। ਤੇ ਤੁਸੀਂ ਇਹ ਚੀਜ਼ ਨੂੰ ਹਾਈਲਾਈਟ ਨਹੀਂ ਕਰ ਸਕਦੇ ਪਬਲਿਕਲੀ, ਚਾਹੇ ਕੋਈ ਚੀਜ਼ ਹੈਗੀ ਹੈ ਚਾਹੇ ਨਹੀਂ ਹੈਗੀ,
ਕਿਉਂਕਿ ਇਹ ਤਾਂ ਪੰਜਾਬ ਦੇ ਵਿੱਚ ਚਾਹੇ ਕਿਸੇ ਵੀ ਇੰਡੀਆ ਦੇ ਕਿਸੇ ਵੀ ਕੋਨੇ ਚਲੇ ਜਾਈਏ ਇਹ ਚੀਜ਼ਾਂ ਚੱਲਦੀਆਂ ਪਈਆਂ ਨੇ ਤੇ ਬੈਕ ਦੀ ਸਟੇਜ ਚੱਲਦੀਆਂ ਪਈਆਂ ਨੇ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸਾਰੇ ਇਹ ਚੀਜ਼ ਕਰਦੇ। ਹਾਂ ਬਿਲਕੁਲ ਸਹੀ ਗੱਲ ਹੈ। ਤੇ ਇਸ ਕਰਕੇ ਦੇਖੋ ਬੱਚੇ ਮਿਹਨਤ ਬਹੁਤ ਕਰਦੇ ਨੇ, ਹਾਲ ਪੁੱਛੋ ਨਾ, ਵਿਚਾਰਿਆਂ ਨੂੰ ਨੀਂਦ ਨਹੀਂ ਪੂਰੀ ਹੁੰਦੀ ਹੈਗੀ ਉਹਨਾਂ ਦੀ। ਦੇਖੋ ਨੀਂਦ ਨਹੀਂ ਪੂਰੀ ਹੁੰਦੀ ਤੇ ਕਿੰਨੀਆਂ ਉਮਰਾਂ ਨੇ ਉਹਨਾਂ ਦੀਆਂ, ਤੇ ਉਹਦੇ ਬਾਅਦ ਵੀ ਜੇ ਉਹਨਾਂ ਤੇ ਐਲੀਗੇਸ਼ਨ ਲਾ ਦਈਏ ਤੇ ਫਿਰ ਉਹ ਤਾਂ ਗਲਤ ਗੱਲ ਆ ਨਾ। ਤੇ ਮੈਂ ਮਾਪਿਆਂ ਨੂੰ ਇਹੀ ਗੱਲ ਕਰਨਾ ਵੀ ਇਦਾਂ ਦਾ ਕੁਝ ਵੀ ਨਹੀਂ ਹੈਗਾ। ਮੁੰਡਾ ਚਾਹੇ ਕੋਈ ਕੁੜੀ ਹੈ, ਉਹ ਸਾਰੇ ਬਹੁਤ ਮਿਹਨਤੀ ਨੇ, ਤੁਹਾਡੇ ਮਿਹਨਤ ਕਰ ਰਹੇ ਤਾਂ ਹੀ ਉਹ ਪੀਆਰ ਤੱਕ ਪਹੁੰਚ ਪਾ ਰਹੇ। ਪੀਆਰ ਲੈਣੀ ਕੋਈ ਈਜ਼ੀ ਥੋੜੀ ਪਈ ਹੈ। ਪਹਿਲਾਂ 3 ਸਾਲ ਦੀ ਪੜ੍ਹਾਈ ਕਰਨੀ ਹੈ, ਫਿਰ ਉਸੇ ਫੀਲਡ ਦੇ ਵਿੱਚ ਜੌਬ ਕਰਨੀ ਹੈ, ਫਿਰ ਜਾ ਕੇ ਪੀਆਰ ਨੂੰ ਹੱਥ ਪੈਂਦਾ। ਉਹ ਜਿਹੜੇ 6 ਸਾਲ ਲਾਉਣੇ ਆ ਨਾ ਬੱਚੇ ਨੇ, ਉਹਨੂੰ ਪੁੱਛ ਕੇ ਦੇਖੋ ਉਹਨੇ ਕਿਵੇਂ ਲਾਏ ਆ। ਨਾ ਉਹਨੂੰ ਦਿਨ ਦਾ ਪਤਾ ਲੱਗਦਾ, ਨਾ ਉਹਨੂੰ ਰਾਤ ਦਾ ਪਤਾ ਲੱਗਾ। ਅੱਛਾ, ਆਖਰੀ ਸਵਾਲ ਹੋਊਗਾ ਜਾਂਦੇ ਆਪਾਂ ਗੱਲ ਕਰਦੇ ਹਾਂ। ਵਿਆਹ ਹੁੰਦਾ ਹੈ ਹੁਣ ਅੱਜ ਕੱਲ੍ਹ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਅੱਜ ਕੱਲ੍ਹ ਵਿਆਹ ਵੀ ਜਿਹੜੇ ਨੇ ਆਇਲਸ ਦੇਖ ਕੇ ਜਾਂ ਦੇਖਦੇ ਨੇ ਵੀ ਭਾਈ ਹੁਣ ਕੁੜੀ ਲੱਭ ਲਓ ਕੋਈ ਵਧੀਆ ਬੈਂਡ ਵਾਲੀ, ਮੁੰਡੇ ਤੋਂ ਸਾਡੇ ਤੋਂ ਪੜ੍ਹੇ ਨਹੀਂ ਜਾਂਦਾ ਜਾਂ ਬੈਂਡ ਵਧੀਆ ਨਹੀਂ ਹੈਗੇ, ਕੁੜੀ ਲੱਭ ਲਓ। ਤੁਹਾਨੂੰ ਲੱਗਦਾ ਵੀ ਇਹ ਚੀਜ਼ ਵੀ ਜਿੱਥੇ ਆਪਾਂ ਇਹ ਦੇਖਦੇ ਹੁੰਦੇ ਸੀ ਕੁੜੀ ਦੇ ਸੰਸਕਾਰ ਕਿਹੋ ਜਿਹੇ ਨੇ, ਕੁੜੀ ਦਾ ਲਾਣਾ ਕਿਹੋ ਜਿਹਾ ਆ, ਉੱਥੇ ਆਪਾਂ ਇਹ ਦੇਖਣ ਲੱਗੇ ਕੁੜੀ ਦੇ ਬੈਂਡ ਕਿੰਨੇ ਨੇ। ਯਾਰ ਇਹ ਚੀਜ਼ਾਂ ਨਾ ਲਾਲਚ ਹੈ। ਹੁਣ ਲਾਲਚ ਦੀ ਕੋਈ ਸੀਮਾ ਨਹੀਂ ਹੈਗੀ। ਅਗਲਾ ਕਹਿੰਦਾ ਮੇਰਾ ਮੁੰਡਾ ਸੌਖਾ ਲੰਘ ਜਾਵੇ, ਵੀ ਮੈਂ ਉਰੇ ਕਾਤੇ ਵੀ 25-30 ਲੱਖ ਲਾਉਣਾ। ਤੇ ਦੇਖੋ ਸਾਰਾ ਇਕੱਲਾ ਪੇਰੈਂਟਸ ਦਾ ਵੀ ਕਸੂਰ ਨਹੀਂ, ਸਰਕਾਰਾਂ ਵੀ ਬਰਾਬਰ ਦੀਆਂ ਹੱਕਦਾਰ ਨੇ ਇਸ ਕਸੂਰ ਦੇ ਵਿੱਚ ਯੂਥ ਨੂੰ ਬਾਹਰ ਧੱਕਣ ਲਈ। ਕਿਉਂਕਿ ਪਹਿਲਾਂ ਸੇਫਟੀ ਦੀ ਗੱਲ ਕਰੀਏ, ਹੁਣ ਜਿਵੇਂ ਇੰਗਲੈਂਡ ਦੀ ਗੱਲ ਕਰਾਂ, ਇੰਗਲੈਂਡ ਚਾਹੇ ਕੁੜੀ ਰਾਤ ਨੂੰ 12 ਵਜੇ ਆਵੇ ਚਾਹੇ 1 ਵਜੇ ਸ਼ਿਫਟ ਲਾ ਕੇ ਆਵੇ, ਉਹ ਕੱਲੀ ਵੀ ਬੱਸ ਦੇ ਵਿੱਚ ਆ ਰਹੀ ਹੈ, ਉਹ ਪੂਰੀ ਸੇਫ ਆ ਉੱਥੇ। ਉਹ ਤੁਸੀਂ ਆਪਣੇ ਮੁਲਕ 'ਚ ਦੱਸੋ ਵੀ ਕੁੜੀ ਰਾਤ ਨੂੰ ਆ ਸਕਦੀ ਹੈ ਇਕੱਲੀ, ਜਾਂ ਰਾਤ ਨੂੰ ਇਕੱਲੀ ਗਲੀਆਂ 'ਚ ਜਾ ਸਕਦੀ ਹੈ। ਉਹ ਨਿਰਭਇਆ ਕਾਂਡ ਨਹੀਂ ਹੋਇਆ ਸੀ ਦਿੱਲੀ ਦੇ ਵਿੱਚ, ਉਹ ਕੁੜੀ ਬੱਸ ਦੇ ਵਿੱਚ ਇਕੱਲੀ ਆ ਰਹੀ ਸੀਗੀ ਤੇ ਉਹਦੇ ਨਾਲ ਕੀ ਹੋਇਆ ਸੀਗਾ, ਕੀ ਵਾਪਰਿਆ ਸੀ। ਸੋ ਇਹ ਜਦੋਂ ਤੱਕ ਸੇਫਟੀ ਤੇ ਸਿਕਿਉਰਿਟੀ ਨਹੀਂ ਹੁੰਦੀ, ਪੇਰੈਂਟਸ ਨੂੰ ਪੋਜੈਸਿਵਨੈਸ ਰਹਿਣੀ ਹੈ ਬੱਚਿਆਂ ਦੇ ਪ੍ਰਤੀ ਵੀ ਨਹੀਂ ਇਹਨੂੰ ਇੱਥੋਂ ਕੱਢੀਏ, ਇੱਥੇ ਕੋਈ ਸਿਕਿਉਰਿਟੀ ਨਹੀਂ ਹੈਗੀ। ਇੱਥੇ ਫਿਰ ਗੈਂਗ ਵਾਰਸ ਵੱਧਦੀਆਂ ਜਾ ਰਹੀਆਂ, ਨਸ਼ਾ ਵੱਧਦਾ ਜਾ ਰਿਹਾ। ਨਸ਼ਾ ਵੀ ਬਹੁਤ ਵੱਡਾ ਕਾਰਨ ਹੈ। ਉਹ ਕਹਿੰਦੇ ਯਾਰ ਮੁੰਡੇ ਨੂੰ ਹੁਣੀ ਬਾਹਰ ਕੱਢ ਦੀ, ਕੰਮ 'ਚ ਪਾ ਦੀ ਇਹਨੂੰ, ਵੀ ਇੱਥੇ ਤਾਂ ਇਹਨੇ ਲਫੰਡਰਗਿਰੀ ਉਹ ਕਰਨੀ ਹੈ ਜੇ ਨਾ ਕੁਝ ਬਣਿਆ ਇਹ, ਫਿਰ ਨਸ਼ਿਆਂ 'ਚ ਪੈ ਜਾਣਾ ਨੇ। ਨਸ਼ਿਆਂ ਦੇ ਵਿੱਚ ਪਏ ਪੁੱਤਾਂ ਦੇ ਮਾਵਾਂ ਦੇ ਹਾਲ ਦੇਖੋ, ਤੇ ਰੋਂਦੀਆਂ ਨੇ ਉਹ, ਕਹਿੰਦੀ ਸਰ ਪਲੀਜ਼ ਕੁਛ ਕਰੋ, ਮੇਰੇ ਮੁੰਡੇ ਦੀ ਇਹੋ ਜਿਹੀ ਕਾਉਂਸਲਿੰਗ ਵੀ ਠੀਕ ਹੋ ਜਾਵੇ। ਮੈਂ ਕਿਹਾ ਤਾਂ ਇਹਦੇ ਨਸਾਂ 'ਚ ਵੜ ਚੁੱਕੀਆਂ ਚੀਜ਼ਾਂ ਕਿਵੇਂ ਕਰੀਏ। ਵੀ ਇਹ ਚੀਜ਼ਾਂ ਤੋਂ ਡਰਦੇ ਮਾਪੇ ਇਹਨਾਂ ਨੂੰ ਬਾਹਰ ਧੱਕ ਵੀ ਰਹੇ ਨੇ, ਤੇ ਸਰਕਾਰਾਂ ਜਾਂ ਸਮਾਜ ਇਹ 'ਚ ਬਰਾਬਰ ਦਾ ਹਿੱਸੇਦਾਰ ਹੈ। ਇਹ ਚੀਜ਼ਾਂ ਨੂੰ ਕੰਟਰੋਲ ਨਹੀਂ ਕਰ ਪਾ ਰਿਹਾ ਹੈਗਾ ਉਹ। ਤੇ ਇਹਦੇ ਲਈ ਦੇਖੋ ਬਹੁਤ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ, ਬਿਆਨ ਬਹੁਤ ਦਿੰਦੇ ਨੇ, ਪਰ ਜਿਹੜੀ ਗਰਾਊਂਡ ਰਿਪੋਰਟ ਹੈ ਉਹ ਤਾਂ ਉੱਥੇ ਦੀ ਉੱਥੇ ਹੀ ਖੜੀ ਹੈ। ਉਹ ਚਾਹੇ 10 ਸਾਲ ਪਹਿਲਾਂ ਦੀ ਗੱਲ ਕਰ ਲਈਏ ਚਾਹੇ ਅੱਜ ਦੀ ਗੱਲ ਕਰ ਲਈਏ ਆਪਾਂ, ਜਿਹੜੀ ਗੈਂਗਸਟਰਾਂ ਦਾ ਕਿੰਨਾ ਰੋਜ਼ ਵੱਧਦਾ ਪਿਆ। ਤੁਸੀਂ ਦੋਸ਼ ਦੇ ਦਿੰਦੇ ਵੀ ਉੱਥੇ ਫਲਾਣਾ ਮੁੰਡਾ ਮਾਰਤਾ ਉੱਥੇ ਮਾਰਤਾ। ਜੇ ਇਹ ਚੀਜ਼ਾਂ ਦੇ ਰੀਅਲੀ ਸੀਰੀਅਸ ਹੋਵੇ ਗਵਰਨਮੈਂਟਸ, ਤੇ ਇਹ ਚੀਜ਼ਾਂ ਹੋਣ ਹੀ ਕਿਉਂ? ਇਹ ਤੋਂ ਪਹਿਲਾਂ ਕਿਉਂ ਨਹੀਂ ਰੋਕੀਆਂ ਜਾਂਦੀਆਂ? ਨਾਲੇ ਇਹ ਚੀਜ਼ਾਂ ਨੂੰ ਬੜਾਵਾ ਮਿਲਦਾ ਕਿੱਥੋਂ ਪਿਆ? ਅਸਲਾ ਇੰਨਾ ਸਾਰਾ 2 ਨੰਬਰ ਹੀ ਹੈ, ਉਹ ਕਿਹੜੇ 1 ਨੰਬਰ ਦੇ ਨਾਲ ਕੋਈ ਵਾਰਦਾਤ ਹੁੰਦੀ ਪਈ ਹੈ। ਇਹ ਤਾਂ ਲੌਜਿਕ ਜੀ ਗੱਲ ਹੈ, ਇਹ ਤਾਂ ਲੌਜਿਕ ਗੱਲ ਹੈ। ਇਹ ਚੀਜ਼ਾਂ ਤੋਂ ਡਰਦੇ ਮਾਪੇ ਫੇਰ ਭੜਕਦਾ ਵੀ ਤੁਸੀਂ ਬਾਹਰ ਜਾਓ, ਕੋਈ ਗੱਲ ਨਹੀਂ, ਇੱਥੋਂ ਨਿਕਲੋ, ਜੂਨੀ ਚੋਂ ਨਿਕਲੋ, ਬਾਹਰ ਤੁਸੀਂ ਜਾਓ। ਅੱਛਾ ਬਾਈ, ਐਂਡ ਦੇ ਵਿੱਚ ਜਾਂਦੇ ਨਾ ਆਪਣਾ ਸੰਪਰਕ ਨੰਬਰ ਜ਼ਰੂਰ ਦੱਸ ਦਿਓ, ਕਿਉਂਕਿ ਦਰਸ਼ਕ ਜਿਹੜੇ ਦੇਖ ਰਹੇ ਨੇ ਕਈਆਂ ਦੇ ਮਨ ਦੇ ਵਿੱਚ ਸਵਾਲ ਕਈ ਇਹੋ ਜਿਹੇ ਹੋਣਗੇ ਵੀ ਜਿਹੜੇ ਆਪਾਂ ਕੈਮਰੇ ਤੇ ਨਹੀਂ ਪੁੱਛ ਸਕਦੇ, ਹੋਣ ਦਾ ਵੀ ਭਾਈ ਅਸੀਂ ਤਾਂ ਪਰਸਨਲੀ ਗੱਲ ਕਰਨੀ ਹੈ ਜਾਂ ਕਾਉਂਸਲਿੰਗ ਕਰਵਾਉਣੀ ਹੈ। ਪਹਿਲਾਂ ਇੱਕ ਜ਼ਰੂਰ ਦੱਸ ਦਿਓ ਵੀ ਜੇ ਮੰਨ ਲਓ ਤੁਹਾਡੇ ਤੋਂ ਸੈਮੀਨਾਰ ਲਵਾਉਣਾ ਹੋਵੇ, ਕਿਸੇ ਨੇ ਕਾਉਂਸਲਿੰਗ ਕਰਾਉਣੀ ਹੈ, ਫਿਰ ਕਿਤੇ ਵੀ ਜਾ ਸਕਦੇ ਹੋ? ਹਾਂਜੀ ਦੇਖੋ, ਮੈਂ ਜਾਂਦਾ ਸਕੂਲਸ ਦੇ ਵਿੱਚ ਜਾਂਦਾ, ਮੈਂ ਗੁਰਦੁਆਰਿਆਂ ਦੇ ਵਿੱਚ ਵੀ ਲੈਕਚਰ ਦਿੰਦਾ। ਮੇਨ ਦੇਖੋ ਮੈਂ ਲਾਈਫ ਕੋਚ ਹੈ, ਮੇਰਾ ਮਕਸਦ ਤੁਹਾਡੀ ਲਾਈਫ ਨੂੰ ਸਹੀ ਤਰੀਕੇ ਨਾਲ ਸੁਚਾਰੂ ਢੰਗ ਨਾਲ ਚਲਾਉਣਾ ਕਿਵੇਂ ਆ ਉਹਦੀ ਟ੍ਰੇਨਿੰਗ ਮੈਂ ਦਿੰਦਾ। ਤੁਸੀਂ ਕਿਸੇ ਵੀ ਟੌਪਿਕ ਦੇ ਉੱਤੇ ਕੈਸੇ ਵੀ ਪ੍ਰੋਬਲਮ ਹੈ, ਬਿਨਾਂ ਝਿਜਕ ਬਿਨਾਂ ਸ਼ਰਮਾਏ ਕਦੇ ਵੀ ਫੋਨ ਕਰ ਸਕਦੇ। ਮੈਂ 24 ਘੰਟੇ ਕੰਮ ਕਰਦਾ, ਫੋਨ ਮੇਰਾ ਹਰ ਵਕਤ ਔਨ ਰਹਿੰਦਾ। ਮੇਰਾ ਨੰਬਰ ਹੈਗਾ 8968403801 8968403801। ਤੁਸੀਂ ਕਦੇ ਵੀ ਕਰੋ, ਮੈਂ ਹਮੇਸ਼ਾ ਤੁਹਾਡੀ ਹੈਲਪ ਲਈ ਤਿਆਰ ਰਹਾਂਗਾ। ਬਹੁਤ ਬਹੁਤ ਧੰਨਵਾਦ ਰਣਦੀਪ ਵੀਰੇ, ਬਹੁਤ ਚੰਗਾ ਲੱਗਾ ਮਿਲ ਕੇ। ਸੋ ਮੈਂ ਉਮੀਦ ਕਰਦਾ ਦਰਸ਼ਕੋ ਤੁਹਾਨੂੰ ਵੀ ਵੀਡੀਓ ਚੰਗੀ ਲੱਗੀ ਹੋਊਗੀ, ਕਿਉਂਕਿ ਇਹ ਟੌਪਿਕ ਇੰਨਾ ਕੁ ਜ਼ਿਆਦਾ ਹੌਟ ਟੌਪਿਕ ਕਹਿ ਦਈਏ, ਟ੍ਰੈਂਡਿੰਗ ਦੇ ਵਿੱਚ ਕਹਿ ਦਈਏ, ਜਿਵੇਂ ਆਪਾਂ ਆਮ ਭਾਸ਼ਾ ਯੂਥ ਦੀ ਭਾਸ਼ਾ ਦੇ ਵਿੱਚ ਕਹਿੰਦੇ ਵੀ ਭਾਈ ਅੱਜ ਆਹ ਚੀਜ਼ ਟ੍ਰੈਂਡਿੰਗ ਦੇ ਵਿੱਚ ਚੱਲਦੀ ਹੈ, ਤੇ ਬਾਹਰ ਜਾਣਾ ਵੀ ਅੱਜ ਦੇ ਮੁਲਕ ਵਾਸਤੇ ਟ੍ਰੈਂਡਿੰਗ ਦੇ ਵਿੱਚ ਬਣਿਆ ਹੋਇਆ ਹੈ। ਚਾਹੇ ਬਾਹਰ ਜਾ ਕੇ ਕਰਨੀਆਂ ਦਿਹਾੜੀਆਂ ਨੇ, ਬਾਹਰ ਜਾ ਕੇ ਲਾਉਣੀਆਂ ਰੇਹੜੀਆਂ ਨੇ, ਮਾਂਜਣੇ ਭਾਂਡੇ ਨੇ, ਲਾਉਣੇ ਪੋਚੇ ਹੀ ਨੇ, ਪਰ ਫਿਰ ਵੀ ਬਾਹਰ ਜਾਣਾ ਚੰਗਾ ਲੱਗਦਾ। ਅੱਜ ਇੱਥੇ ਵੀ ਇੰਡੀਆ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ ਮੈਂ ਕਹਿ ਸਕਦਾ ਕਈ ਐਗਜ਼ਾਮਪਲਾਂ ਮੈਂ ਅੱਖੀਂ ਐਸੀਆਂ ਵੇਖ ਲਈਆਂ ਵੀ ਜਿਹੜੇ ਰੇਹੜੀ ਲਾ ਕੇ ਵੀ ਮੈਂ ਕਹਿ ਸਕਦਾ ਕਿ ਬਾਹਰਲੇ ਮੁਲਕਾਂ ਤੋਂ ਵੱਧ ਕਮਾਈ ਕਰ ਰਹੇ ਨੇ। ਇੱਥੇ ਰੇਹੜੀ ਲਾ ਕੇ ਵੀ
ਪਰ ਕਿਉਂ ਫਿਰ ਕਿਤੇ ਨਾ ਕਿਤੇ ਤਬਦੀਲੀ ਕਿਸ ਦੇ ਵਿੱਚ ਆਉਣੀ ਚਾਹੀਦੀ ਹੈ, ਲੋਕਾਂ ਦੀ ਸੋਚ ਦੇ ਵਿੱਚ, ਮਾਪਿਆਂ ਦੀ ਸੋਚ ਦੇ ਵਿੱਚ ਕਿ ਬੰਦੇ ਦੇ ਆਪ ਦੇ ਵਿੱਚ। ਮੈਂ ਉਮੀਦ ਕਰਦਾ ਨੰਬਰਸ ਤੁਹਾਡੇ ਟੀਵੀ ਸਕਰੀਨਸ ਤੇ ਫਲੈਸ਼ ਹੋ ਚੁੱਕੇ ਨੇ। ਬਾਈ ਨਾਲ ਕੋਈ ਵੀ ਸੰਪਰਕ ਕਰਨਾ ਹੋਵੇ, ਕਿਸੇ ਨੇ ਕਾਉਂਸਲਿੰਗ ਕਰਵਾਉਣੀ ਹੋਵੇ ਆਪਣੇ ਬੱਚੇ ਦੀ ਕਿਸੇ ਵੀ ਟੌਪਿਕ ਤੇ, ਕੋਈ ਐਸੇ ਟੌਪਿਕ ਵੀ ਹੁੰਦੇ ਨੇ ਕਿ ਆਪਾਂ ਸਮਾਜ ਦੇ ਵਿੱਚ ਲੋਕਾਂ ਦੇ ਸਾਹਮਣੇ ਨਹੀਂ ਕਰ ਸਕਦੇ, ਉਹਨਾਂ ਤੇ ਵੀ ਗੱਲਬਾਤ ਕਰਨੀ ਚਾਹੁੰਦੇ ਹੋ, ਨੰਬਰਸ ਤੇ ਤੁਸੀਂ ਕਾਲ ਕਰਕੇ ਕਦੇ ਵੀ ਸਮਾਂ ਲੈ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ, ਗੱਲਬਾਤ ਚੰਗੀ ਲੱਗੀ ਹੋਊਗੀ। ਐਸੀਆਂ ਹੋਰ ਰੂਹਾਂ ਨੂੰ ਸਮੇਂ-ਸਮੇਂ ਸਿਰ ਤੁਹਾਡੇ ਤੱਕ ਸਾਂਝਾ ਕਰਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਾਲੂ ਦੀ ਇਜਾਜ਼ਤ, ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।